झूठ बोल के सत्ता नहीं चलाना है। औरंगजेब ते ना लागू होंदी है, आजकल ते सत्ता चलानो लोग भी लागू होंदी है, ना सिर्फ हिंदुस्तान दुनिया का है। इसलिए मेरे गुरु महाराज की पंक्ति सर्वव्यापी है, सर्वकाली है, सत्य है। हाँ। मनोरंजन दी नाते औरत नूं बेइज्जती करना कित्थों दी इंसाफ है। मनोरंजन दी नाते जट समुदाय नूं बेइज्जती करना कित्थों दी इंसाफ है। मनोरंजन ਦੀ ਆਧਾਰ ਤੇ ਨਾ ਤੇ ਤੁਸੀਂ ਬੰਦੂਕ ਨੂੰ ਸ਼ਰਾਬ ਨੂੰ ਉਤਸਤ ਕਰਨ ਦੀ ਕੋਈ ਤੁਕ ਨਹੀਂ ਇਹਦੇ ਵਿੱਚ। ਦੱਸੋ ਉਸ ਵਿਚਾਰੀ ਨੱਚਣ ਵਾਲੀ, ਨੱਚ ਕੇ ਆਪਣੇ ਪੇਟ ਭਰਨ ਵਾਲੀ ਔਰਤ ਨੂੰ ਤੁਸੀਂ ਗੋਲੀ ਮਾਰੋਗੇ? ਉਹ ਵੀ 10:30 ਵਜੇ ਨੱਚਦੀ ਪਈ ਸੀ, ਉਹ ਪਿੱਛੇ ਗਾਣਾ ਚੱਲਦਾ ਪਿਆ ਸੀ ਦਿਲਦੀਸ਼ ਦੋਸਾਂਝ ਦੀ, ਤੁਸੀਂ ਸ਼ਰਾਬ ਵਰਗੀ। उसनू सुन के उत्साहित हुए, बैठ के वो बंदूक लेके गोली चली, उन्होंने इत्थे लग गया, वो इत्थे डिग पई स्टेज ते। तो उन्हां दी रोजी रोटी ते भी गल लगदी है ना। रोजी रोटी मैडम, रोजी रोटी बाबा नानक दी सोच ये नहीं कहता है कि तुसी गलत किरत करके रोटी कमाओ। किरत करो दी फिलॉसफी पढ़ो जी। चौथा पेग ला के बाफड़नी गाना गाओगे, औरत दी बेइज्जती है। चंडीगढ़ च कुड़ी मिली चॉकलेट वर्गी, औरत नूं भोगण वाली वस्तु बनाओगे। पर ये चंडीगढ़ च पंजाबी बी केंद्र विच है, फिर भी वो पंजाबी ऊपर नहीं लिखा। मैंने वो कहते हैं कि सेंट्रल गवर्नमेंट के जिन्ने भी दफ्तर ने उत्थे ये लागू होना चाहिए। वैल्यूज एथिक्स डिक्लाइन हो रहे ने सब तो वध। जिवें अमिताभ बच्चन नाल गल करन दी तरीका उस बच्चे दी, तुसी देखो कौन बनेगा करोड़पति दे विच, तरीका सब नूं बहुत माड़ा लग्या कि किवें तुसी अमिताभ बच्चन नूं इदां दी गल करो ना। जिम्मेदार कौन ने? इन्हां नूं छड्डना नहीं। जो गलत गाना लिखदे, औरत नूं बेइज्जती करदे, इन्हां नूं मैं छड्डना नहीं। वही गाना दिलजीत दोसांझ साहब जे गाउंदा है मंच ते, जे विचों फीम लभिया, इन्होंने बख्शिया जा सकता है? मैडम दसो मैनू किसी नूं। तुसी उधर नहीं रोकदे कि इदां दे गाने नहीं होने चाहिए, उधर इदां दे गाने होंदे कन्नड़? मैडम गाने दी कल्चर नहीं होते। अच्छा। फिल्म है, मजबूत है होते, फिल्म कर दे हो ज़्यादा से ज़्यादा। फिल्म इंडस्ट्री बहुत स्ट्रांग है। पंजाब में बदनसीबी है कि फिल्म इंडस्ट्री बहुत वीक है। गाने की इंडस्ट्री पता है, गाने बेतुक हुंदे ने। फिल्म दे विच जे गलत गाना है माफ किया जा सकता है, क्योंकि स्टोरी नाल जुड़ी है वो गाना। कदे कदे जिंदगी च कुछ अजिहे लोग भी मिल जाते हैं ਜਿਹੜੇ अपनी नॉलेज नाल नहीं बल्कि अपनी वैल्यू नाल ਤੇ ਆਪਣੇ ਹੋਰ ਚੰਗੇ ਕਾਰਾਂ ਨਾਲ ਸਮਾਜ ਦੀ ਸੇਵਾ ਕਰਦੇ ਹਨ। ਅੱਜ ਦੇ ਪੋਡਕਾਸਟ ਦੀ ਬਹੁਤ ਹੀ ਫੇਮਸ ਪਰਸਨੈਲਿਟੀ ਮੇਰੇ ਨਾਲ ਜੁੜੇ ਹੋਏ ਹਨ, ਪੰਡਿਤ ਰਾਓ ਧਨੇਰਵਰ, ਜਿਨ੍ਹਾਂ ਨੇ ਭਾਸ਼ਾ ਨੂੰ ਇੱਕ ਬੈਰੀਅਰ ਨਹੀਂ ਮੰਨਿਆ ਬਲਕਿ ਇੱਕ ਬ੍ਰਿਜ ਬਣਾਇਆ ਤੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸੰਦੇਸ਼ਾਂ ਨੂੰ ਹਰ ਥਾਂ ਤੇ ਫੈਲਾਉਣ ਦਾ ਮੁਹਿੰਮ ਚਲਾਇਆ। ਤੇ ਉਹਨਾਂ ਨੇ ਮੇਨ ਜਿਹੜੀ ਗੱਲ ਹੈਗੀ ਕਿ ਉਹਨਾਂ ਨੇ ਕਰਨਾਟਕਾ ਦੀ ਮਿੱਟੀ ਨੂੰ ਉਠਾ ਕੇ ਪੰਜਾਬ ਦੀ ਆਤਮਾ ਨਾਲ ਜੋੜਨ ਦਾ ਜਿਹੜਾ ਉਪਰਾਲਾ ਲਿੱਤਾ ਹੈ, ਉਹ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਅੱਜ ਤੱਕ ਕਿਸੇ ਨੇ ਨਹੀਂ ਚੱਕਿਆ ਹੈਗਾ। ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਤੇ ਉਹਨਾਂ ਨੂੰ ਬਹੁਤ ਬਹੁਤ ਥੈਂਕਸ ਕਰਦੀ ਹਾਂ ਕਿ ਤੁਸੀਂ ਪੰਜਾਬੀ ਭਾਸ਼ਾ ਨੂੰ ਇਸ ਲੈਵਲ ਤੱਕ ਪ੍ਰਮੋਟ ਕਰ ਰਹੇ ਹੋ ਤੇ ਪੰਜਾਬੀ ਭਾਸ਼ਾ ਦੇ ਨਾਲ ਨਾਲ ਤੁਸੀਂ ਗੁਰੂਆਂ ਦੀ ਬਾਣੀ ਨੂੰ ਵੀ ਕੰਨੜ ਭਾਸ਼ਾ ਵਿੱਚ ਟਰਾਂਸਲੇਟ ਕਰਕੇ ਬਹੁਤ ਹੀ ਚੰਗੇ ਉਪਰਾਲੇ ਤੇ ਲੈ ਕੇ ਚੱਲੇ ਹੋ। ਸਰ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਇਸ ਪੋਡਕਾਸਟ ਵਿੱਚ ਤੇ ਮੈਨੂੰ ਬਹੁਤ ਜ਼ਿਆਦਾ ਕਿਉਰਿਓਸਿਟੀ ਹੈ ਬਹੁਤ ਗੱਲਾਂ ਜਾਣਨ ਦੀ, ਕਿਉਂਕਿ ਅੱਜ ਦਾ ਜਿਹੜਾ ਟੌਪਿਕ ਹੈ ਬਿਲਕੁਲ ਡਿਫਰੈਂਟ ਹੈ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੋਡਕਾਸਟ 'ਚ। ਮਿਹਰਬਾਨੀ। ਤੇ ਸਰ, ਤੁਸੀਂ ਕਰਨਾਟਕ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਲੈ ਕੇ ਚੰਡੀਗੜ੍ਹ ਪਹੁੰਚੇ ਹੈ ਨਾ ਜੀ, ਤਾਂ ਇਹ ਜਰਨੀ ਤੁਹਾਡੀ ਕਿੱਦਾਂ ਦੀ ਰਹੀ ਹੈ? ਇਹ ਕੋਈ ਪਰਮਾਤਮਾ ਦੀ ਮਿਹਰ ਹੈ ਮੈਡਮ, ਬਹੁਤ ਕਮਾਲ ਦੀ ਸਫ਼ਰ ਹੈ। ਅਸਲ ਵਿੱਚ 2003 ਦੇ ਵਿੱਚ ਆਏ ਸੀ ਮੈਂ ਕਰਨਾਟਕ ਤੋਂ ਸਹਾਇਕ ਪ੍ਰੋਫੈਸਰ ਵਜੋਂ ਕੇਂਦਰ ਲੋਕ ਸੇਵਾ ਆਯੋਗ ਦਿੱਲੀ ਤੋਂ ਨਿਯੁਕਤ ਹੋ ਕੇ, ਜਿੱਥੇ IAS IPS ਆਫਿਸਰ ਦੀ ਨਿਯੁਕਤੀ ਹੁੰਦੀ ਹੈ। ਅੱਛਾ। ਉੱਥੇ ਮੇਰਾ ਨਿਯੁਕਤੀ ਹੋਇਆ ਤੇ ਚੰਡੀਗੜ੍ਹ ਦੇ ਵਿੱਚ ਬਤੌਰ ਸਹਾਇਕ ਪ੍ਰੋਫੈਸਰ ਵਜੋਂ ਨੌਕਰੀ ਕਰਨ ਲਈ ਪਹੁੰਚਿਆ। ਕਿਰਪਾ ਹੈ ਜੀ ਬਸ। ਤੇ ਜਦ ਤੁਸੀਂ ਪਹਿਲਾ ਕਦਮ ਪੰਜਾਬ ਵਿੱਚ ਰੱਖਿਆ, ਤੁਹਾਨੂੰ ਕਿੱਦਾਂ ਦੀ ਫੀਲਿੰਗ ਆਈ, ਕਿ ਕਿੱਦਾਂ ਦਾ ਐਕਸਪੀਰੀਅੰਸ ਸੀ? ਮੈਨੂੰ ਉਸ ਵਕਤ ਪੰਜਾਬ ਤੋਂ ਵੱਧ ਚੰਡੀਗੜ੍ਹ, ਹਾਂਜੀ, ਚੰਡੀਗੜ੍ਹ ਦੇ ਨਾਂ ਸੁਣ ਕੇ ਚੰਡੀਗੜ੍ਹ ਜਾਣਾ ਹੈ, ਚੰਡੀਗੜ੍ਹ ਦੇ ਵਿੱਚ ਨੌਕਰੀ ਕਰਨੀ, ਇਸ ਤਰ੍ਹਾਂ ਦੀ ਦਿਮਾਗ ਵਿੱਚ। ਪੰਜਾਬ ਕਦੇ ਵੀ ਦਿਮਾਗ ਵਿੱਚ ਨਹੀਂ ਸੀਗਾ। ਚੰਡੀਗੜ੍ਹ ਸੀ। ਚੰਡੀਗੜ੍ਹ, ਕਿਉਂਕਿ ਚੰਡੀਗੜ੍ਹ ਸਰਕਾਰੀ ਕਾਲਜ ਵਿੱਚ ਨੌਕਰੀ ਮਿਲੀ ਹੈ, ਉਹ ਲੈ ਕੇ ਮੈਂ ਆਇਆ ਸੀਗਾ। पर उस परमात्मा की खेड़ देखो मैडम, 2003 तो 2005 तक
ਮੈਂ ਅੰਗਰੇਜ਼ੀ ਵਿੱਚ ਰਜ ਰਜ ਕੇ ਪੜਾਉਂਦਾ ਰਿਹਾ ਸੋਸ਼ੀਓਲੋਜੀ। ਅੱਛਾ ਜੀ। ਉਸ ਤੋਂ ਬਾਅਦ ਮੈਨੂੰ ਲੱਗਿਆ ਕਿ ਪੰਜਾਬੀ ਭਾਸ਼ਾ ਸਿੱਖਣ ਦੀ ਲੋੜ ਹੈ। ਸਾਡੇ ਕਾਲਜ ਦੇ ਸਾਰੇ ਬੱਚੇ ਪੰਜਾਬੀ ਮਾਂ ਬੋਲੀ ਹੈ, ਇਸ ਲਈ ਮੈਂ ਇਹ ਪੈਂਤੀ ਸਿੱਖੀ। ਉਸ ਤੋਂ ਬਾਅਦ ਪੰਜਾਬੀਅਤ ਨਾਲ, ਪੰਜਾਬੀ ਭਾਸ਼ਾ ਨਾਲ, ਪੰਜਾਬੀ ਸਟੇਟ ਨਾਲ ਪਿਆਰ ਹੋਇਆ ਹੈ ਜੀ। ਤੇ ਪੰਜਾਬੀ ਭਾਸ਼ਾ ਹੀ ਤੁਸੀਂ ਕਿਉਂ ਚੁਣੀ? ਬਿਲਕੁਲ ਇਹ ਮੁੱਖ ਕਾਰਨ ਮੈਨੂੰ ਲੱਗਦਾ ਹੈ ਇੱਕ ਪਰਮਾਤਮਾ ਦੀ ਖੇਡ ਹੈ ਮੇਰਾ ਇਹ, ਕਿਉਂਕਿ ਦੇਖੋ ਕਰਨਾਟਕ ਤੋਂ ਇੱਥੇ ਖਿੱਚ ਕੇ ਲਾਇਆ, ਉਸ ਤੋਂ ਬਾਅਦ ਚੰਡੀਗੜ੍ਹ ਵਿੱਚ ਵਸਿਆ, ਉਸ ਤੋਂ ਬਾਅਦ ਕਾਲਜ ਦੇ ਵਿੱਚ ਬੱਚੇ ਨੂੰ ਜਦ ਮੈਂ ਪੜ੍ਹਾ ਰਿਹਾ ਸੀਗਾ ਉਸ ਵਕਤ ਮੈਨੂੰ ਇੰਝ ਲੱਗਿਆ ਕਿ 80% ਤੋਂ ਵੱਧ ਬੱਚੇ ਪੰਜਾਬ ਤੋਂ ਆਉਂਦੇ ਨੇ, ਜਿਵੇਂ ਜ਼ੀਰਕਪੁਰ, ਮੋਹਾਲੀ, ਖਰੜ, ਕੁਰਾਲੀ ਤੋਂ। ਮੈਂ ਅੰਗਰੇਜ਼ੀ ਵਿੱਚ ਪੜ੍ਹਾਉਂਦਾ, ਮੈਂ ਸੋਚਿਆ ਇਹਨਾਂ ਨੂੰ ਪੰਜਾਬੀ ਵਿੱਚ ਸਿੱਖ ਕੇ ਪੰਜਾਬੀ ਵਿੱਚ ਹੀ ਪੜ੍ਹਾਉਣ ਦੀ ਲੋੜ ਹੈ। ਉਹਨਾਂ ਲਈ, ਬੱਚਿਆਂ ਲਈ, ਮੇਰੇ ਸਟੂਡੈਂਟ ਲਈ, ਉਹਨਾਂ ਨੂੰ ਪੜ੍ਹਾਉਣ ਦੇ ਵਾਸਤੇ ਮੈਂ 35 ਸਿੱਖੀ। ਤਾਂ ਤੁਸੀਂ ਹਿੰਦੀ ਚ ਵੀ ਤਾਂ ਪੜ੍ਹਾ ਸਕਦੇ ਸੀ, ਤਾਂ ਹਿੰਦੀ ਆਪਣੀ ਰਾਸ਼ਟਰ ਭਾਸ਼ਾ ਹੈ। ਹਿੰਦੀ ਤਾਂ ਮੈਂ ਵਰਤੋਂ ਕਰਨ ਵਕਤ ਕਿਵੇਂ ਕਰਨਾਟਕ, ਤਮਿਲਨਾਡੂ ਦੇ ਲੋਕਾਂ ਨੂੰ ਹਿੰਦੀ ਬੋਲਣ ਦੇ ਵਿੱਚ ਵੀ ਬਹੁਤ ਦਿੱਕਤ ਆਉਂਦੇ ਨੇ, ਬਹੁਤ ਦਿੱਕਤ ਹੈ। ਪਰ ਮੈਂ ਪੰਜਾਬੀ ਇਸ ਲਈ ਸਿੱਖੀ ਕਿ 80% ਤੋਂ ਵੱਧ ਬੱਚੇ ਪੰਜਾਬ ਤੋਂ ਆਉਂਦੇ ਨੇ। ਨਾ ਇਨਸਾਫ ਪੰਜਾਬੀ ਬੱਚੇ ਨਾਲ ਨਾ ਹੋਵੇ, ਇਸ ਲਈ ਪੰਜਾਬੀ ਸਿੱਖੀ ਮੈਂ, ਤਾਂ ਕਿ ਸਭ ਤੋਂ ਵੱਧ ਪੰਜਾਬੀ ਬੱਚੇ ਨੇ ਮੇਰੇ ਕਲਾਸ ਦੇ ਵਿੱਚ, ਉਹਨਾਂ ਨੂੰ ਉਹਨਾਂ ਦੀ ਮਾਂ ਬੋਲੀ ਵਿੱਚ ਪੜ੍ਹਾਉਣ ਦੀ ਲੋੜ ਹੈ, ਇਸ ਲਈ ਮੈਂ 35 ਸਿੱਖੀ। ਤੇ ਬੱਚੇ ਖੁਸ਼ ਹੈ ਤੁਹਾਡੇ ਤੋਂ ਹੁਣ ਪੰਜਾਬੀ ਵਿੱਚ ਪੜ੍ਹ ਕੇ? ਬਹੁਤ ਜ਼ਿਆਦਾ ਮੈਡਮ। ਜਦ ਮੈਂ ਪੰਜਾਬੀ ਵਿੱਚ ਪੜ੍ਹਾਉਂਦੀ ਸੀਗਾ ਹੁਣ ਵੀ ਮੇਰੇ ਕਲਾਸ ਤੋਂ ਬੱਚੇ ਤੋਂ ਇਲਾਵਾ ਦੂਜੇ ਕਲਾਸ ਦੇ ਬੱਚੇ ਆ ਕੇ ਬੈਠਦੇ ਨੇ, ਸੁਣਦੇ ਨੇ। ਉਹਨਾਂ ਲਈ ਇੱਕ ਅਜੂਬਾ ਕਿ ਕਰਨਾਟਕ ਤੋਂ ਆ ਕੇ ਕੋਈ ਪੰਜਾਬੀ ਬੋਲਦਾ ਹੈ, ਚਲੋ ਸੁਣਦੇ। ਸਾਇੰਸ ਦੇ ਬੱਚੇ ਬੈਠ ਕੇ ਸੁਣਦੇ ਸਨ ਉਸ ਵਕਤ ਗਰਲਸ ਕਾਲਜ ਦੇ ਵਿੱਚ। ਕਹਿਣ ਦਾ ਭਾਵ ਹੈ ਉਹਨਾਂ ਲਈ ਉਹ ਇੱਕ ਨਵਾਂ ਅਨੁਭਵ ਕਿ ਦੱਖਣ ਭਾਰਤ ਤੋਂ ਕੋਈ ਪੰਜਾਬੀ ਬੋਲਦਾ ਹੈ, ਤੇ ਉਹ ਬਹੁਤ ਕਮਾਲ ਦੀ ਸੀਗਾ। ਉਸ ਤੋਂ ਬਾਅਦ ਦੇਖੋ ਮੈਡਮ, ਉਹ ਇਸ ਦੀ ਤਾਕਤ, ਇਸ ਦੀ 35 ਅੱਖਰ ਦੀ ਮਿਹਰ ਮੇਰੇ ਤੇ ਹੋਇਆ, ਉਸ ਤੋਂ ਬਾਅਦ ਜ਼ਿੰਦਗੀ ਬਦਲੀ। ਤੇ ਜਦ ਤੁਸੀਂ ਪੰਜਾਬੀ ਕਿੰਨਾ ਟਾਈਮ ਚ ਸਿੱਖ ਲਈ? ਉਸ ਵਕਤ ਸਿੱਖਣ ਦੇ ਸ਼ੁਰੂਆਤ ਦੇ ਦੌਰਾਨ ਮੈਂ ਕਿਤਾਬ ਜਾਂ ਕੋਈ ਵੱਡੇ ਕਿਤਾਬ ਪੜ੍ਹਨ ਦੇ ਵਿੱਚ ਨਹੀਂ ਰੁੱਝਿਆ ਸੀ। ਮੈਂ ਛੋਟੇ ਬੱਚੇ ਨਾਲ, ਨਿੱਕੇ ਬੱਚੇ ਜਿਹੜੇ ਮੇਰੇ ਘਰ ਦੇ ਨੇੜੇ ਤੇੜੇ ਬੱਚੇ, ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਸਿੱਖਿਆ ਮੈਂ ਪੰਜਾਬੀ ਲਿਖਣਾ, ਊੜਾ ਐੜਾ ਕਿਵੇਂ ਲਿਖਣਾ, ਕਿਵੇਂ ਪੜ੍ਹਨਾ। ਉਸ ਤੋਂ ਬਾਅਦ ਜਦ ਮੈਂ 3 ਮਹੀਨੇ ਤੱਕ ਇਹ ਹੋਇਆ ਕਿ ਮੇਰੇ ਗੁਆਂਢੀ ਬੱਚੇ ਨਾਲ ਬੈਠ ਕੇ, ਉਸ ਤੋਂ ਬਾਅਦ ਇਸ ਦੀ ਰੁਚੀ, ਇਸ ਦੀ ਤਾਕਤ, ਇਸ ਦੀ ਰੂਹਾਨੀਅਤ ਮੈਨੂੰ ਖਿੱਚ ਕੇ ਜਪਜੀ ਸਾਹਿਬ ਤੱਕ ਲੈ ਕੇ ਗਿਆ। ਅੱਛਾ। ਜਪਜੀ ਸਾਹਿਬ ਬੜਾ ਕਮਾਲ ਦੀ ਸਰਲ ਭਾਸ਼ਾ, ਉਹ ਰੂਹਾਨੀਅਤ ਦੀ ਤਰਫ ਖਿੱਚ ਕੇ ਲੈ ਜਾਂਦੀ ਹੈ। ਰੂਹਾਨੀਅਤ ਦੀ ਸ਼ਬਦਾਵਲੀ ਉਹਦੇ ਵਿੱਚ ਨੇ, ਕਮਾਲ ਦੀ ਰੂਹਾਨੀਅਤ ਦੀ ਸ਼ਬਦਾਵਲੀ। ਉਸ ਮੈਂ ਪੜਨ ਲੱਗਿਆ, ਪਾਠ ਕਰਨ ਲੱਗਿਆ। ਇਸ ਲਈ ਉਹ ਜਪਜੀ ਸਾਹਿਬ ਨਾਲ ਮੇਰਾ ਪਿਆਰ, ਉਸ ਦੀ ਅਰਥ ਕਰਨ ਦੀ ਇੱਛਾ ਜਾਗਰੂਕ ਹੋਇਆ। ਉਸ ਤੋਂ ਬਾਅਦ ਧੀਰੇ ਮੈਡਮ ਜਪਜੀ ਸਾਹਿਬ ਕੰਨੜ ਵਿੱਚ ਅਨੁਵਾਦ ਹੋਇਆ 2010। ਕਿਵੇਂ ਕਹਿ ਸਕਦੇ, ਤੁਹਾਨੂੰ ਪਤਾ ਕਿ ਜਪਜੀ ਸਾਹਿਬ ਜਾਂ ਕੋਈ ਵੀ ਬਾਣੀ ਹੈ, ਹਾਂ, ਉਹਦੇ ਵਿੱਚ ਕੁਝ ਮਾਤਰਾ ਹਲਕੀ ਜਿਹੀ ਇੱਧਰ ਉੱਧਰ ਹੋ ਜੇ ਤਾਂ ਮਤਲਬ ਬਦਲ ਜਾਂਦਾ ਹੈ। ਤਾਂ ਅਸੀਂ ਕਿਵੇਂ ਆਥੈਂਟਿਕ ਮੰਨ ਲਈਏ ਕਿ ਤੁਸੀਂ ਜਿਹੜੀ ਟ੍ਰਾਂਸਲੇਸ਼ਨ ਕਰ ਰਹੇ ਹੋ ਕੰਨੜ ਵਿੱਚ, ਉਹ ਬਿਲਕੁਲ ਐਕੂਰੇਟ ਹੋਏਗੀ? ਹਾਂ, ਇਹ ਕਮਾਲ ਦੀ ਸਵਾਲ ਹੈ। ਇਹਦੇ ਬਹੁਤ ਹੀ ਨਿਮਰਤਾ ਨਾਲ ਤੁਹਾਨੂੰ ਦੱਸ ਦੇਣਾ ਮੈਡਮ, ਇਹ ਇੱਕ ਦਿਨ ਦੇ ਵਿੱਚ ਨਹੀਂ ਹੋਇਆ ਅਨੁਵਾਦ। ਜਪਜੀ ਸਾਹਿਬ ਨੂੰ ਮੈਂ 3 ਸਾਲ ਤੱਕ ਉਸਨੂੰ ਸਿਰਫ ਪਾਠ ਕਰਨਾ, ਰੋਜ਼ ਇੱਕ ਸ਼ਬਦ ਨੂੰ ਸਮਝਣਾ ਪੰਜਾਬੀ ਵਿੱਚ। ਹਾਂ, ਪੰਜਾਬੀ ਪਾਠ ਕਰਕੇ ਉਸਨੂੰ ਸ਼ਬਦ ਨੂੰ ਸਮਝਣ ਦੇ ਵਿੱਚ ਵੀ 2-3 ਸਾਲ ਨਿਕਲ ਗਏ। ਉਸ ਤੋਂ ਬਾਅਦ ਮੈਂ ਕੀ ਕੀਤਾ ਕਿ ਉੱਥੇ ਇੱਕ ਗੁਰਦੁਆਰਾ ਸਾਹਿਬ ਹੈ ਸੈਕਟਰ 42 ਦੇ ਵਿੱਚ, ਹੁਣ ਤਾਂ ਵੱਡੇ ਗੁਰਦੁਆਰਾ ਸਾਹਿਬ ਬਣ ਗਏ, ਗੁਰੂ ਅੰਗਦ ਦੇਵ ਮਹਾਰਾਜ ਦੀ ਨਾਂ ਤੇ ਉਹ ਗੁਰਦੁਆਰਾ ਸਾਹਿਬ ਹੈ। ਉਹ ਪਹਿਲੇ ਨਿੱਕੀ ਜਿਹੀ ਗੁਰਦੁਆਰਾ ਸੀਗਾ, ਉੱਥੇ ਗ੍ਰੰਥੀ ਨਾਲ ਬੈਠ ਕੇ ਇੱਕ ਸ਼ਬਦ ਨੂੰ ਸਮਝਣਾ, ਇਸ ਸ਼ਬਦ ਦੀ ਵਰਤੋਂ ਕੀ ਨਾ ਹੈ, ਕੀ ਅਰਥ ਹੈ, ਇੱਕ ਸ਼ਬਦ ਨੂੰ। ਉਸ ਤੋਂ ਇਲਾਵਾ ਕਰਨਾਟਕ ਦੇ ਜਿੰਨੇ ਵੀ ਵੱਡੇ ਲੇਖਕ ਨੇ ਉਹਨਾਂ ਨਾਲ ਫੋਨ ਕਰਨਾ, ਉਹਨਾਂ ਨਾਲ ਗੱਲਬਾਤ ਕਰਨੀ। 2007 ਤੋਂ 2010 ਤੱਕ ਸਿਰਫ ਸ਼ਬਦ ਸਮਝਣ ਦੇ ਵਿੱਚ ਹੀ ਨਿਕਲ ਗਈ। 2011 ਦੇ ਵਿੱਚ ਜਪਜੀ ਸਾਹਿਬ ਦਾ ਅਨੁਵਾਦ ਹੋਇਆ ਮੈਡਮ। 19 ਸਾਲ ਤੱਕ। ਕਹਿਣ ਦਾ ਭਾਵ ਹੈ ਐਕੂਰੇਸੀ ਕਿਵੇਂ ਤੁਸੀਂ ਪੁੱਛਿਆ, ਐਕੂਰੇਸੀ ਤੁਹਾਨੂੰ ਮੈਂ ਪ੍ਰੂਫ ਤੋਂ ਅਥੈਂਟਿਸਿਟੀ ਦੇਖੋ ਉਸ परमात्मा ਦੀ ਗੁਣਗਾਨ ਹੈ ਜਪਜੀ ਸਾਹਿਬ, ਉਸ ਸੱਚਾਈ ਦੀ ਗੁਣਗਾਨ ਹੈ ਜਪਜੀ ਸਾਹਿਬ, ਉਸ ਇੱਕ परमात्मा ਦੀ ਉਤਸਤ ਹੈ ਜਪਜੀ ਸਾਹਿਬ, ਇੱਕ परमात्मा ਨਾਲ ਜੁੜਨ ਦੀ ਤਰੀਕਾ ਹੈ ਜਪਜੀ ਸਾਹਿਬ, ਇਨਸਾਨ ਨੂੰ ਇਨਸਾਨੀਅਤ ਤੱਕ ਲੈ ਜਾਣ ਦੀ ਇੱਕ ਰਾਹ ਹੈ ਜਪਜੀ ਸਾਹਿਬ, ਇੱਕ ਸੁੰਦਰ ਦੁਨੀਆ ਬਣਾਉਣ ਦੀ ਤਰੀਕਾ ਹੈ ਜਪਜੀ ਸਾਹਿਬ। ਇਸ ਲਈ ਪੁਸ਼ਟੀ ਮੈਂ ਦਾਅਵੇ ਨਾਲ ਬੋਲ ਸਕਦਾ ਮੇਰਾ ਅਨੁਵਾਦ ਐਕੂਰੇਸੀ ਹੋਇਆ ਹੈ, ਕਿਉਂਕਿ
ਇੱਕ ਇੱਕ ਸ਼ਬਦ ਨੂੰ ਮੈਂ ਸਮਝ ਕੇ ਕੰਨੜ ਦੇ ਵਿੱਚ ਸ਼ਬਦ ਲੱਭ ਕੇ ਰੱਖਿਆ ਉੱਥੇ। ਜਿਵੇਂ ਹੀਰੇ ਨੂੰ ਜੋੜ ਕੇ ਹਾਰ ਬਣਾਉਂਦੇ ਉਹ ਸੁੰਦਰ ਬਣ ਜਾਂਦੀ, ਇਵੇਂ ਮੈਂ ਉਹ ਸ਼ਬਦ ਨੂੰ ਲੱਭ ਕੇ ਉੱਥੇ ਫਿੱਟ ਕੀਤਾ ਹੋਇਆ ਹੈ। ਮੈਂ ਸਾਬਤ ਕਰੂੰਗਾ, ਬਾਅਦ ਵਿੱਚ ਮੈਂ ਉਚਾਰਨ ਵੀ ਕਰਾਂਗਾ ਕਿ ਮੈਂ ਬਾਅਦ ਵਿੱਚ 4 ਵਜੇ ਉੱਠ ਕੇ ਅੰਮ੍ਰਿਤ ਵੇਲੇ ਦੇ ਵਿੱਚ ਉੱਠ ਕੇ ਉਸਨੂੰ ਅਧਿਐਨ ਕਰਨਾ, ਉਸਨੂੰ ਅਨੁਵਾਦ ਕਰਨਾ। ਇੱਕ ਦਿਨ ਦੇ ਵਿੱਚ ਨਹੀਂ, ਇੱਕ ਇੱਕ ਪੰਕਤੀ ਇੱਕ ਦਿਨ ਬਸ, अगले दिन और एक पंक्ति, इस तरह मैं की हुई। कितना टाइम लग गया? बहुत पूरा 2 साल तक लग गया अनुवाद ਕਰਨ ਦੇ ਵਿੱਚ। ਮੈਂ ਜਪਜੀ ਸਾਹਿਬ ਦੀ ਮੂਲ ਮੰਤਰ ਤੁਹਾਨੂੰ ਸੁਣਾ ਦੇਣਾ ਕੰਨੜ ਦੇ ਵਿੱਚ। ਕੰਨੜ ਵਿੱਚ ਤੁਸੀਂ ਦੇਖੋ ਕਿਵੇਂ ਅਨੁਵਾਦ ਹੋਇਆ, ਤੁਸੀਂ ਖੁਦ ਕਹੋਗੇ ਕਿ ਇਹ ਅਨੁਵਾਦ ਇੱਕਦਮ ਸਹੀ ਹੈ। ਕਿਉਂਕਿ ਸ਼ਬਦਾਵਲੀ ਕਿਵੇਂ ਮੈਂ ਫਿੱਟ ਕੀਤੀ ਹੋਈ ਹੈ, ਕਿਵੇਂ ਧੁਨ ਨਿਕਲਦੀ ਹੈ, ਉਹ ਰੂਹਾਨੀਅਤ ਦੀ ਆਵਾਜ਼ ਕਿਵੇਂ ਨਿਕਲਦੀ ਹੈ ਕੰਨੜ ਭਾਸ਼ਾ ਦੇ ਵਿੱਚ, ਤੁਹਾਨੂੰ ਪਤਾ ਚੱਲ ਜਾਣਾ। ਭਾਵੇਂ ਤੁਸੀਂ ਕੰਨੜ ਨਹੀਂ ਜਾਣਦੇ, ਪਰ ਤੁਸੀਂ ਉਸ ਪਰਮਾਤਮਾ ਦੀ ਗੁਣਗਾਨ ਮੂਲ ਮੰਤਰ ਦੀ ਧੁਨ ਤੁਸੀਂ ਕੰਨੜ ਵਿੱਚ ਸੁਣੋਗੇ। एक ओंकार सतनाम करता पूरक निर्भव निर्वैर अकाल मूर्त अजनी साहेबं गुरु प्रसाद ದೇವರೊಬ್ಬನೇ, ಅವನ ಹೆಸರು ಸತ್ಯ, ಅವನೇ ರಚನಾಕಾರ, ಭಯರಹಿತನಾಥ, ವೈರತ್ವರಹಿತನಾಥ, ಕಾಲರಹಿತನಾಥ, ಗುರು ಕೃಪ ಕಟಾಕ್ಷನಾಥ। नाता 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 तुसी देखो, आज सच जुगा सच है भी सच नानक होशी बस। ದೇವರು ಮೊದಲು ಇದ್ದ ನಾತ, ಈಗಲೂ ಇರೋ ನಾತ, ಮುಂದೂ ಇರೋ ನಾತ। नाता नाता कमाल दी अनुवाद शुरुआत तो लेके अंत तक कन्नड़ ਦੇ ਵਿੱਚ ਵਿਕੁਰਿਸ਼ੀ ਹੋਇਆ ਹੈ, ਧੁਨ ਹੈ, शब्दावली फिट है। इन्ना ही नहीं मैडम, शब्द अनुवाद होने तो बाद मैं एक एक प्रोफेसर, इंजीनियर, डॉक्टर, बुद्धिजीवी, ज्ञानपीठ अवार्डी, अच्छा जी, यूनिवर्सिटी, स्कूल पिंडा दे विच वंडिया। जपजी साहब ਨੂੰ मैं चंद्रशेखर कंबार ਨੂੰ ਵੰਡਿਆ ਜੋ ज्ञानपीठ अवार्ड जिते ने। उन्होंने वो पढ़ के ਕਿਹਾ ਹੁਣ ਮੇਰਾ ਜ਼ਿੰਦਗੀ ਸਫਲ ਹੋਇਆ ਬਾਬਾ ਨਾਨਕ ਦੀ ਜਪਜੀ ਸਾਹਿਬ ਕੰਨੜ ਵਿੱਚ ਪੜਿਆ। ਮੈਂ ਕਹਿਣ ਦਾ ਭਾਵ ਹੈ ਇੰਨੀ ਤਾਕਤ, ਇੰਨੀ ਅਸਰਦਾਰ, ਇੰਨੀ ਰੂਹਾਨਤ ਭਰੀ ਕੰਨੜ ਵਿੱਚ ਅਨੁਵਾਦ ਹੋਇਆ। ਇੰਨਾ ਹੀ ਨਹੀਂ ਮੈਡਮ, ਜਪਜੀ ਸਾਹਿਬ ਕੰਨੜ ਵਿੱਚ ਪੜ੍ਹ ਕੇ ਮੇਰੇ ਖੇਤਰ ਦੇ ਲੋਕ, ਉੱਥੇ ਇੱਕ ਪਿੰਡ ਹੈਗਾ, ਉੱਥੇ ਦੇ ਲੋਕ ਬਹੁਤ ਪ੍ਰਭਾਵਿਤ ਨੇ ਨਾਨਕ ਤੋਂ, ਨਾਨਕ ਧਾਰਾ ਤੋਂ, ਨਾਨਕ ਪੰਥੀ ਤੋਂ, ਨਾਨਕ ਸੋਚ ਤੋਂ। ਅਸੀਂ ਕਿਸੇ ਦੀ ਗੱਲ ਨਹੀਂ ਸੁਣਦੇ ਸਾਡੇ ਇਲਾਕੇ, ਕਿਉਂਕਿ ਬੀਦਰ ਤੋਂ 100 ਕਿਲੋਮੀਟਰ ਦੂਰ ਹੈ। ਉਹ ਬੋਲਿਆ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਉੱਥੋਂ ਹੀ ਤੁਰ ਕੇ ਦੂਜੀ ਉਦਾਸੀ ਦੌਰਾਨ ਗਏ ਨੇ। ਉਹ ਮੰਨਿਆ ਜਾਂਦਾ ਹੈ, ਉਹ ਸਬੂਤ ਨਹੀਂ ਹੈ ਪਰ ਮੰਨਦੇ ਆ, ਉਹ ਲੋਕ ਮੰਨਦੇ ਨੇ ਉੱਥੇ। ਜਦ ਮੈਂ ਉਹਨਾਂ ਪਿੰਡਾਂ ਦੇ ਵਿੱਚ ਵੰਡਿਆ, ਉਹਨਾਂ ਨੇ ਆਪਣੀ ਪੈਸੇ ਇਕਜੁੱਟ ਕਰਕੇ 11-12 ਲੱਖ, ਮੈਨੂੰ ਪਤਾ ਨਹੀਂ ਕਿ ਕਿੰਨੇ, ਉਹ ਇਕਜੁੱਟ ਕਰਕੇ, ਕਿਸੇ ਤੋਂ ਨਹੀਂ ਲੈਤੇ ਨੇ। ਉਹ ਪਿੰਡ ਦੇ ਵਿੱਚ ਪੈਸੇ ਵੰਡ ਕੇ ਇਕਜੁੱਟ ਕਰਕੇ ਉਹਨਾਂ ਨੇ ਗੁਰਦੁਆਰਾ ਸਾਹਿਬ ਬਣਾਏ ਨੇ ਉਸ ਸਾਈਡ। ਹਾਂ, ਮੇਰੇ ਇਲਾਕੇ ਦੇ ਵਿੱਚ। ਉੱਥੇ ਕੰਨੜ ਦੇ ਵਿੱਚ ਅਨੁਵਾਦ ਹੋਇਆ, ਜਪਜੀ ਸਾਹਿਬ ਪ੍ਰਕਾਸ਼ਿਤ ਕੀਤਾ ਗਿਆ। ਰੋਜ਼ ਬੱਚੇ ਕੰਨੜ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਕਰਦੇ ਨੇ। ਸਿਰਫ ਜਪਜੀ ਸਾਹਿਬ ਕੰਨੜ ਵਿੱਚ ਜਿਹੜੇ ਅਨੁਵਾਦ ਹੋਇਆ ਵਹੀ ਪ੍ਰਕਾਸ਼ਿਤ ਕੀਤਾ ਗਿਆ, तो कुछ और नहीं है ਉੱਤੇ। ਉਸ ਗੁਰਦੁਆਰਾ ਨੇੜੇ ਉਹ ਲੰਗਰ ਹਾਲ ਹੈ। ਅੱਛਾ, ਕਹਿਣ ਦਾ ਭਾਵ ਹੈ ਇੰਨੀ ਅਸਰ, ਇੰਨੀ ਤਾਕਤ ਹੈ ਜਪਜੀ ਸਾਹਿਬ ਦੇ ਵਿੱਚ। ਤੇ ਤੁਸੀਂ ਕਿਉਂ ਕੀਤਾ? ਨੇਮ ਫੇਮ ਲਈ ਕੀਤਾ ਕਿ ਇਹਦੇ ਪਿੱਛੇ ਦਾ ਆਬਜੈਕਟ ਕੀ ਸੀ? ਹਾਂ, ਆਬਜੈਕਟ ਕੀ ਸੀਗਾ, ਮੈਂ ਜਦ ਪੰਜਾਬੀ 35 ਸਿੱਖਣ ਤੋਂ ਬਾਅਦ ਮੈਂ ਇਹ ਲੱਗਿਆ ਕਿ 500 ਸਾਲ ਤੋਂ ਬਾਅਦ ਵੀ ਜੇਕਰ ਬਾਬਾ ਨਾਨਕ ਦੀ ਸੋਚ, ਬਾਬਾ ਨਾਨਕ ਦੀ ਜਪਜੀ ਸਾਹਿਬ ਜੇ ਕੰਨੜ ਵਿੱਚ ਅਨੁਵਾਦ ਨਹੀਂ ਹੋਇਆ, ਮੇਰੇ ਲੋਕ ਵੰਚਿਤ ਨੇ ਉਸਨੂੰ ਸਮਝਣ ਦੇ ਵਿੱਚ, ਉਸਨੂੰ ਧਾਰਨ ਕਰਨ ਦੇ ਵਿੱਚ वंचित हो चुके ने, कन्नड़ विच नहीं है। ये सोच के मैं पहले ही कन्नड़ विच अनुवाद करता जपजी साहब, ताकि मेरे कर्नाटक के लोग ते आशीर्वाद होवे, मेरे कर्नाटक के लोगों की जिंदगी उद्धार हो जावे, मेरे कन्नड़ भाषा अमीर होवे। मेरी कन्नड़ भाषा है। जपजी साहब जे कन्नड़ विच अनुवाद होया है, मैं कन्नड़ मेरी माँ बोली नू जपजी साहब अनुवाद करके कन्नड़ दे विच मेरी माँ बोली कन्नड़ नू मैं रूहानीयत दी शिखर तक लेके गया। ये भाषा ਨੂੰ ਅਮੀਰ ਕਰਨ ਦੀ ਤਰੀਕਾ ਹੈ ਮੈਡਮ ਜੀ। ਤੇ ਜੇ ਆਪਾਂ ਹੁਣ ਥੋੜੀ ਜਿਹੀ ਗੱਲ ਕਰੀਏ 35 ਚ, ਇਹ ਚ ਕਿੰਨੇ ਅੱਖਰ ਹੈਗੇ? ਜਿਹੜੇ ਲਾਸਟ 3 ਹੈ ਬੜੇ ਕਨਫਿਊਜ਼ ਵਾਲੇ ਆ, ਤੁਸੀਂ ਉਹਨਾਂ ਦੀ ਕਲੀਅਰੈਂਸ ਦੱਸ ਸਕਦੇ ਹੋ? ਹਾਂ, ਇਹ ਤੁਸੀਂ ਜੇ ਪੜੋਗੇ ਊੜਾ ਐੜਾ ਈੜੀ ਸੱਸਾ ਹਾ ਕੱਕਾ ਖੱਕਾ ਗੱਗਾ ਕੱਗਾ ਇਆਂ। ਹਾਂ, ਇਹ ਬੜੀ ਕਨਫਿਊਜ਼ਨ ਹੈ ਨਾ, ਇਹਦੇ ਤਿੰਨਾਂ ਬਾਰੇ ਤੁਸੀਂ ਮੈਨੂੰ ਥੋੜਾ ਦੱਸ ਦਿਓ। ਨਹੀਂ, ਇਹਦੇ ਵਿੱਚ ਨਾ ਬੜੇ ਵੱਡੇ ਸਾਹਿਤਕਾਰ, ਭਾਸ਼ਾ ਗਿਆਨੀ ਤੁਹਾਨੂੰ ਵਧੀਆ ਸਮਝਾ ਸਕਦੇ ਹੈ, ਪਰ ਇਹ ਖਾਲੀ ਨਹੀਂ ਹੈ। ਆਪਣਾ ਕਨਸੈਪਟ ਕਿਵੇਂ? ਮੇਰਾ ਕਨਸੈਪਟ ਇਹ ਹੈ ਮੈਡਮ, ਮੈਂ ਬਹੁਤ ਲੋਕਾਂ ਨੂੰ ਕਿਹਾ ਇਹਨੂੰ ਖਾਲੀ ਕਹਿੰਦੇ ਨੇ, ਇਹ ਖਾਲੀ ਨਹੀਂ ਹੈ, ਭਰਪੂਰ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਭਰਪੂਰ ਮਿਲਦਾ ਹੈ, ਇਹਦੇ ਵਿੱਚ ਸ਼ਬਦਾਵਲੀ ਮਿਲਦੇ ਨੇ। ਗੁਰੂ ਗ੍ਰੰਥ ਸਾਹਿਬ ਨੂੰ ਕੰਨੜ ਵਿੱਚ ਅਨੁਵਾਦ ਕਰਨ ਦੀ ਸਾਹਸ ਕਰਨ ਵਾਲਾ ਮੇਰੇ ਤੇ कृपा होया, मैनू पता है ये खाली नहीं है।
ਪਰ ਸਕੂਲ ਦੇ ਵਿੱਚ ਇਹਨੂੰ ਖਾਲੀ ਪੜਾਉਂਦੇ ਨੇ। ਹਾਂ। ਇਹ ਪੂਰਾ ਭਰਿਆ ਹੋਇਆ ਹੈ, ਇਸ ਦੇ ਵਿੱਚ ਸ਼ਬਦਾਵਲੀ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਮੌਜੂਦ ਨੇ। ਤੇ ਤੁਸੀਂ ਹੁਣ ਮੈंने ਸੁਣਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਵੀ ਕਰ ਰਹੇ ਹਨ ਨਾ ਅਨੁਵਾਦ ਤੁਸੀਂ, ਤਾਂ ਕੀ ਚੈलेंजेस ਆ ਰਹੇ हैं ਤੁਹਾਨੂੰ? चैलेंजेस ਤਾਂ ਕੁਝ ਨਹੀਂ ਹੈ ਮੈਡਮ, ਬਸ ਚੈलेंजेस ਇਹ ਹੈ ਕਿ ਬਹੁਤ ਸਾਰੇ ਸਮਾਜਿਕ ਮੁੱਦੇ, ਜਿਵੇਂ ਗੰਦੇ ਗਾਣੇ ਦੇ ਮੁੱਦੇ ਪੰਜਾਬ ਦੇ ਵਿੱਚ ਹੈ, ਔਰਤ ਨੂੰ ਬੇਇੱਜ਼ਤੀ ਕਰਨ ਵਾਲੇ ਘਟਨਾ ਹੋ ਰਹੇ ਨੇ, ਜੋ ਮੇਰਾ ਮਹਾਰਾਜ ਕਹਿੰਦੇ ਨੇ ਸੋ ਕਿਉਂ ਮੰਦਾ ਆਖੀਏ ਜਿੱਤ ਜਮੀਏ ਰਾਜਾਨ, ਪਰ ਉਸੇ ਧਰਤੀ ਤੇ ਔਰਤ ਨੂੰ ਬੇਇੱਜ਼ਤੀ ਕਰਨ ਵਾਲੇ ਘਟਨਾ ਜਾਂ ਕੋਈ ਹੋਰ ਘਟਨਾ, ਗੰਦੇ ਗਾਣੇ, ਔਰਤ ਨੂੰ ਬੇਇੱਜ਼ਤੀ ਕਰਨ ਵਾਲੇ ਗਾਣੇ, ਇਸ ਮੁੱਦੇ ਤੇ ਮੈਂ ਚਲਾ ਗਿਆ। ਇਸ ਲਈ ਗੁਰੂ ਗ੍ਰੰਥ ਸਾਹਿਬ ਨੂੰ ਅਨੁਵਾਦ ਕਰਨ ਦੇ ਵਿੱਚ ਕੁਝ ਦੇਰੀ ਹੋ ਰਿਹਾ ਹੈ, ਪਰ ਮੇਰਾ ਮਕਸਦ ਜ਼ਿੰਦਗੀ ਦੀ ਇੱਕ ਹੀ ਰਾਹ ਹੈ, ਜਪਜੀ ਸਾਹਿਬ ਨੂੰ ਕੰਨੜ ਵਿੱਚ ਅਨੁਵਾਦ ਕਰਕੇ ਮੇਰੇ ਕਰਨਾਟਕ ਤੱਕ ਲੈ ਕੇ ਜਾਣਾ। ਤੁਸੀਂ ਮਤਲਬ ਕਿ ਇਹਦੀ ਟ੍ਰਾਂਸਲੇਟ ਕਰਕੇ ਕਿਹਨਾਂ ਲੋਕਾਂ ਤੱਕ, ਸਿਰਫ ਕਰਨਾਟਕ ਦੇ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ? 8 ਕਰੋੜ ਲੋਕ ਹੈ ਜੀ ਮੇਰੇ ਸਾਡੇ ਕਰਨਾਟਕ ਦੇ ਵਿੱਚ, 8 ਕਰੋੜ ਲੋਕ, 8 ਕਰੋੜ ਲੋਕਾਂ ਤੱਕ ਜੇ ਕੰਨੜਾ ਮੈਂ ਲੈ ਜਾਵਾਂ, ਮੇਰੇ ਕਰਨਾਟਕ ਦੇ ਲੋਕਾਂ ਤੇ ਮਿਹਰ ਹੋਏਗੀ। ਉਹ ਕਿਉਂ ਪੜਨਗੇ ਜਪਜੀ ਸਾਹਿਬ? ਉਹ ਖੁਦ ਕਹਿੰਦੇ ਨੇ ਮੈਨੂੰ ਫੋਨ ਕਰਕੇ, ਵੱਡੇ ਵੱਡੇ ਲੇਖਕ, ਤੁਸੀਂ ਜ਼ਿੰਦਗੀ ਵਿੱਚ ਕੁਝ ਨਾ ਕਰੋ, ਬਸ ਜਪਜੀ ਸਾਹਿਬ ਤੁਸੀਂ ਕਰਤਾ ਬਹੁਤ ਵਧੀਆ। ਅਸੀਂ ਅਧਿਐਨ ਕਰ ਰਹੇ ਹਾਂ, ਯੂਨੀਵਰਸਿਟੀ ਦੇ ਵਿੱਚ ਬੱਚੇ ਅਧਿਐਨ ਕਰ ਰਹੇ ਨੇ, ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਬਣ ਚੁੱਕਿਆ ਹੈ, ਗਿਆਨਪੀਠ ਅਵਾਰਡੀ ਪੜ ਰਹੇ ਨੇ ਜਪਜੀ ਸਾਹਿਬ। ਸਿਰਫ ਟ੍ਰਾਂਸਲੇਟ ਕਰਨ ਨਾਲ ਇਹ ਸਾਰਾ ਰੈਵੋਲੂਸ਼ਨ ਸਭ ਕੁਝ ਹੋਇਆ ਉੱਥੇ ਮੈਡਮ। ਹੁਣ ਉਹ ਖੁਦ ਕਹਿ ਰਹੇ ਨੇ ਕਿ ਜਬ ਸਾਨੂੰ ਗੁਰੂ ਗ੍ਰੰਥ ਸਾਹਿਬ ਲੈ ਆਓ, ਉਹ ਕੰਨੜ ਵਿੱਚ ਲੈ ਆਓ। ਖੁਦ ਮੈਨੂੰ ਬਹੁਤ ਫੋਨ ਕਰਦੇ, ਬਹੁਤ ਸਾਰੇ ਬੁੱਧੀਜੀਵੀ ਜਿਹੜੇ ਲੇਖਕ ਹੈ, ਕਿਉਂਕਿ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਇੰਨੀ ਵਿਸ਼ਾਲ ਸਾਗਰ ਹੈ ਮੈਡਮ, ਉਹਦੇ ਵਿੱਚ ਕੋਈ ਇੱਕ ਗੁਰੂ ਜਾਂ ਇੱਕ ਸੰਤ ਫਕੀਰ ਦੀ ਬਾਣੀ ਨਹੀਂ ਹੈ। ਉਹ ਮਹਾਸਾਗਰ ਹੈ, ਜਿੱਥੇ ਨਦੀ ਮਿਲਦੀ ਹੈ ਉਹ ਹਰ ਥਾਂ ਤੋਂ ਜਾके ਉਹ ਹੈ ਭੰਡਾਰ ਹੈ, ਉਹ ਗਿਆਨ ਦੀ ਸਾਗਰ ਹੈ, ਉਹ ਸਾਰੇ ਲਈ ਹੈ। ਦੁਨੀਆ ਨੂੰ ਉद्धार ਕਰਨ ਦੀ ਇੱਕ ਆਸ਼ੀਰਵਾਦ ਹੈ ਮਾਨਵ ਕੁਲ ਲਈ। ਸੋ ਜੇ ਮੈਂ ਕੰਨੜ ਵਿੱਚ ਅਨੁਵਾਦ ਕਰਾਂਗਾ, ਮੇਰੇ ਕਰਨਾਟਕ ਦੇ ਕੁਲ ਉद्धार ਹੋ ਜਾਣਾ। ਇਸ ਤੇ ਕੀ ਹੋਏਗੀ, ਵੱਡੇ ਵੱਡੇ ਲੇਖਕ अपना कादंबरी कहानी लिखणगे, जे लिखणगे वो कहते ने कि सो क्यों मंदा आखी जित्ते जमिए राजान, इसते कादंबरी कहानी लिखणगे। ਕਿਤੇ ਨਾ ਕਿਤੇ ਬਹੁਤ ਕੁਝ ਹੋ ਸਕਦਾ, ਇਸ ਲਈ ਉਹ ਖੁਦ ਮੈਂ ਮੰਗਦੇ ਹੈ। ਤੇ ਤੁਹਾਨੂੰ ਲੱਗਦਾ ਕਿ ਅਨੁਵਾਦ ਰਾਹੀਂ ਆਪਾਂ ਸਮਾਜ ਨੂੰ ਜੋੜਨ ਦਾ ਇੱਕ ਸਾਧਨ ਹੈਗਾ? ਬਹੁਤ ਅਨੁਵਾਦ ਬਹੁਤ ਕਮਾਲ ਦੀ ਮੈਡਮ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿੱਚ ਜਿੰਨੇ ਵੀ ਕਵੀ ਸੇ, ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਦ ਕਹਿੰਦੇ ਸੀ ਉਹਨਾਂ ਨੂੰ ਕਿ ਅਨੁਵਾਦ ਵੱਧ ਤੋਂ ਵੱਧ ਕਰਨੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਫਰਨਾਮਾ ਪੜੋ ਤੁਸੀਂ, ਫਾਰਸੀ ਭਾਸ਼ਾ ਦੇ ਵਿੱਚ ਹੈ, ਕਮਾਲ ਹੈ। ਜਬ ਇਹ ਵੀ ਟ੍ਰਾਂਸਲੇਟ ਕਰ ਰਹੇ ਹੋ? ਕਿਰਪਾ ਹੋ ਚੁੱਕਿਆ ਹੈ ਜੀ। ਕਰੋ ਥੋੜਾ ਮੈਨੂੰ ਪਹਿਲਾਂ ਸੁਣਾਓ ਪੰਜਾਬੀ ਚ, ਫਿਰ ਆਪਾਂ ਗੱਲ ਕਰਦੇ ਹਾਂ ਕਿ ਮੈਡਮ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੂੰ ਜਿੰਨੇ ਮਰਜ਼ੀ ਤੁਸੀਂ ਸ਼ਬਦਾਵਲੀ ਨਾਲ ਵਰਣਨ ਕਰੋ ਘੱਟ ਹੈ। ਨਾ ਇਹੋ ਜਿਹਾ ਲਿਖਾਰੀ ਹੋਇਆ ਹੈ ਨਾ ਹੋਊਗਾ। ਸਭ ਤੋਂ ਵਧੀਆ ਲਿਖਾਰੀ ਜੇ ਹੋਇਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ। ਵਾਹਿਗੁਰੂ। ਲੋਕ ਕਹਿੰਦੇ ਨੇ ਕਿ ਵਿਧਾ ਹੈ, ਕਲਮ ਦੀ ਵਿਧਾ ਹੈ, ਕਲਮ ਨਾਲ ਲਿਖ ਕੇ ਉਸ ਵਕਤ ਦੇ ਤਖਤ ਨੂੰ ਹਿਲਾਇਆ ਸੀ ਮੇਰਾ ਗੁਰੂ ਗੋਬਿੰਦ ਸਿੰਘ ਮਹਾਰਾਜ। ਪੜ੍ਹਦੇ ਸੀ ਜਫਰਨਾਮਾ, ਜਿਸ ਨੂੰ ਪੜ੍ਹ ਕੇ ਔਰੰਗਜ਼ੇਬ ਹਫਤੇ ਦੇ ਵਿੱਚ ਉਹਨਾਂ ਦਾ ਹਾਲਤ ਖਰਾਬ ਹੋ ਗਿਆ ਸੀ। ਕਹਿਣ ਦਾ ਭਾਵ ਹੈ ਇੰਨੀ ਪ੍ਰਭਾਵਸ਼ਾਲੀ ਜਫਰਨਾਮਾ ਮੇਰੇ ਮਹਾਰਾਜ ਉਹ ਵੀ ਫਾਰਸੀ ਭਾਸ਼ਾ ਵਿੱਚ ਲਿਖਦੇ ਨੇ। ਮੇਰੇ ਤੇ ਇੰਨੀ ਮਿਹਰ ਹੋਇਆ ਮੈਡਮ, 111 ਪੰਕਤੀ ਨੇ ਬਿਨਾਂ ਦੇਖ ਕੇ ਬੋਲ ਸਕਦਾ ਹੈ। ਦੱਸੋ, ਮੈਂ ਤੁਹਾਨੂੰ ਦੱਸ ਦੇਣਾ, ਦੇਖੋ ਮੇਰਾ ਗੁਰੂ ਮਹਾਰਾਜ ਕਿਵੇਂ ਉਹ ਲਿਖਦੇ ਨੇ। ਉਸ ਦੀ ਕਲਮ ਦੀ ਫਾਰਸੀ ਭਾਸ਼ਾ ਦੀ ਸ਼ਬਦਾਵਲੀ ਗਹਿਰਾਈ ਦੇਖੋ ਕਿਵੇਂ। ਮੈਂ ਕੰਨੜ ਵਿੱਚ ਵੀ ਸੁਣਾਵਾਂਗਾ। ਹਾਂ ਬਿਲਕੁਲ ਬਿਲकुल, ਕਿਉਂਕਿ ਮੇਰੀ ਮਾਂ ਬੋਲੀ ਕੰਨੜ ਮੈਂ ਨਹੀਂ ਛੱਡ ਸਕਦਾ। ਬਿਲਕੁਲ ਜੀ ਬਿਲकुल। ਮੈਂ 5 ਪੰਕਤੀ ਪਹਿਲੇ ਸੁਣਾਵਾਂਗਾ ਤੇ ਕੰਨੜ ਵਿੱਚ ਵੀ। ਠੀਕ ਹੈ। ਦੇਖੋ ਮਹਾਰਾਜ ਲਿਖਦੇ ਨੇ, ਜੇ ਕਿਸੇ ਨੂੰ ਹਰਾਣਾ ਹੈ ਕਲਮ ਨਾਲ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਸਿੱਖਣਾ ਚਾਹੀਦਾ। ਕਲਮ ਨਾਲ ਹੀ ਹਰਾਇਆ ਸਭ ਨੂੰ। ਮੇਰੇ ਮਹਾਰਾਜ ਲਿਖਦੇ ਨੇ, कमाले करामात कायम करीम रजा बख्श राजिक रिहा कौन रहीम अमा बख्श बख्शिंदो दस्तगीर खता बख्श रोजी दियो तिल फजीर ना साजो ना बाजो ना फौजो ना फरस खुदाबंद बख्शिंदे ऐसो अरस हमू मरद बायद शब्द शुकनवर ना सिकमे दिगर दर्द आने दिगर चिहा सुद के चुंग बेचुंग पेच दिए चार पेच दिए मार। कमाल है, एक एक शब्द, एक एक पंक्ति ना सिर्फ औरंगजेब ते लागू होंदी है, आजकल दे सत्ता चलाने वाले ते लागू अनुवाद की है ना। अनुवाद ये है मैडम, पहले मैं पंजाबी दस देना। मेरे गुरु महाराज लिखते ने, हमू मरद बायद शब्द शुकनोवर ना किमें दिगर दाने दिगर। इसका भाव इंसान ਨੂੰ ਕਦੇ ਵੀ ਝੂਠ ਨਹੀਂ ਬੋਲ ਕੇ ਰਾਜ ਨਹੀਂ ਕਰਨਾ ਚਾਹੀਦਾ। ਦਿਲ ਦੇ ਵਿੱਚ ਇੱਕ ਗੱਲ ਤੇ ਦਿਮਾਗ ਦੇ ਵਿੱਚ ਗੱਲ ਨਹੀਂ ਹੋਣਾ ਚਾਹੀਦਾ, ਜੋ औरंगजेब ਕਰਦੇ ਸੀ। झूठ बोल के सत्ता नहीं चलाना है।
औरंगजेब ते ना लागू होंदी है, आजकल ते सत्ता चलाने वाले लोग ते भी लागू होंदी है, ना सिर्फ हिंदुस्तान सारी दुनिया धारता है। इसलिए मेरे गुरु महाराज दी पंक्ति सर्वव्यापी है, सर्वकाली है, सत्य है। ये आगे मेरे महाराज लिख देने, चिहाजुद केचुंग बेचुंग पेच दी है चार, पेच दी है मार। इसदा भाव है, हे औरंगजेब, भावे तुसी मेरे 4 बच्चे नु मारे होएगा, पर मैं कदे भी ना मुकन वाला खालसा पंथ बनाया मार के विखा। ਵਾਹਿਗੁਰੂ। गुरु महाराज ਦੀ ਸੋਚ ਵਿੱਚ ਖਾਲਸਾ ਪੰਥ ਕੀ ਹੈ, ਸੂक्ष्म ਤੇ ਗਹਿਰਾਈ ਵਿੱਚ ਸੋਚਣ ਦੀ ਲੋੜ ਹੈ ਮੈਡਮ। ਮਹਾਰਾਜ ਦੀ ਸੋਚ ਵਿੱਚ ਖਾਲਸਾ ਪੰਥ ਉਹ ਹੈ, ਉਨ ਲੋਕਾਂ ਦੀ ਸਮੂਹ ਹੈ ਜੋ ਸੱਚਾਈ ਨੂੰ, ਇਨਸਾਨੀਅਤ ਨੂੰ ਬਚਾਉਂਦਾ ਹੈ। ਸੱਚਾਈ ਇਨਸਾਨੀਅਤ ਬਚਾਉਣ ਵਾਲੇ ਹਿੰਦੁਸਤਾਨ ਵਿੱਚ ਵੀ ਨੇ, ਪਾਕਿਸਤਾਨ ਦੇ ਵਿੱਚ ਵੀ ਨੇ, ਅਮਰੀਕਾ ਦੇ ਵਿੱਚ ਵੀ ਨੇ, ਇੰਗਲੈਂਡ ਦੇ ਵਿੱਚ ਵੀ ਨੇ, ਹਰ ਥਾਂ ਤੇ ਵਸਦੇ ਕਿਉਂਕਿ ਮਾਨਵ ਹੈ। इसलिए मेरे गुरु महाराज की सोच सर्वव्यापी है, सर्वकाली है, सर्व सत्य है। वो लिखते ने, खालसा पवित्र पंथ लोका दी समूह, पवित्र लोका दी समूह जो सच्चा इंसानियत ਨੂੰ ਬਚਾਉਂਦੇ ਨੇ। इसलिए ਤੁਸੀਂ ਇਨਸਾਨ ਨੂੰ ਮਾਰ ਸਕਦੇ ਹੈ, ਇਨਸਾਨੀਅਤ ਨੂੰ, ਸੱਚਾਈ ਨੂੰ ਨਹੀਂ ਮਾਰ ਸਕਦੇ। ਇਹ ਗੁਰੂ ਮਹਾਰਾਜ ਦੀ ਉਸ ਪੰਕਤੀ ਵਿੱਚ ਕਹਿੰਦੇ ਨੇ। आगे लिखते ने, ना साजो ना बाजो ना फौजो ना फरस, खुदावंद बख्शिंदे ऐश्वरस। उस परमात्मा ਦੀ ਗੁਣਗਾਨ ਕਰਦੇ ਮੇਰੇ ਮਹਾਰਾਜ। ਦੇਖੋ परमात्मा ਦੀ ਗੁਣਗਾਨ ਕਦੋਂ ਕਰ ਰਹੇ ਨੇ, ਸਾਰੇ ਕਰਦੇ ਇੱਥੇ ਗੁਣਗਾਨ परमात्मा ਦੀ, ਪਰ ਮੇਰੇ ਗੁਰੂ ਮਹਾਰਾਜ परमात्मा ਦੀ ਗੁਣਗਾਨ ਉਸ ਵਕਤ ਕਰ ਰਹੇ ਨੇ ਜਿਸ ਵਕਤ ਉਹ 4 ਬੱਚੇ ਖੋ ਚੁੱਕੇ ਨੇ, अपना आनंदपुर साहिब खो चुके ने, सब कुछ खो चुके ने। वाहिगुरु। उस तो बावजूद गुणगान करना वो है मर्द अडंबर दे लक्षण। इसलिए गुरु गोविंद सिंह महाराज ਨੂੰ मर्द अडंबरा कहा जाता है। मर्द है, सब कुछ खो जाने तो बाद मर्दांगी दिखाना। मर्दांगी मतलब वो जो सच्चाई ਨੂੰ ਉੱਚਾ ਰੱਖਣ ਦੀ ਤਾਕਤ ਰੱਖਣ ਵਾਲੇ ਨੂੰ ਮਰਦ ਕਿਹਾ ਜਾਂਦਾ ਹੈ। सब कुछ खोया, सच ਨੂੰ ਉੱਪਰ ਰੱਖਿਆ, वो मर्द अडंबरा है। इसलिए गुरु गोविंद सिंह महाराज ਨੂੰ मर्द अडंबरा ਕਿਹਾ ਜਾਂਦਾ ਹੈ। ਕਹਿੰਦਾ ਭਾਵੇਂ ਮੈਡਮ ਉਸਨੂੰ ਜਿੰਨੇ ਮਰਜ਼ੀ ਤੁਸੀਂ ਵਰਣਨ ਕਰੋ, ਗੁਰੂ ਗੋਬਿੰਦ ਸਿੰਘ ਜੀ ਅਸੀਂ ਨਹੀਂ ਕਰ ਸਕਦੇ। इसलिए ਹੁਣ ਤੱਕ 70 ਤੋਂ ਵੱਧ ਗਿਆਨਪੀਠ ਪੁਰਸਕਾਰ ਜਿੱਤ ਚੁੱਕੇ ਹੈ ਸਾਰੇ ਭਾਸ਼ਾ ਦੇ ਲੋਕ। 1952 ਦੇ ਵਿੱਚ ਸ਼ੁਰੂ ਹੋਇਆ ਗਿਆਨਪੀਠ ਵੰਡਣ ਦੀ ਪ੍ਰਕਿਰਿਆ। ਪੰਜਾਬੀ ਵਿੱਚ 2 ਮਿਲਿਆ ਹੈ, 2 ਨਹੀਂ 1.5। एक अमृता प्रीतम ਨੂੰ ਮਿਲਿਆ, ਉਸ ਤੋਂ ਬਾਅਦ ਪ੍ਰੋਫੈਸਰ ਗੁਰੂ ਦਿਆਲ ਸਿੰਘ ਸਾਹਿਬ ਨੇ ਕਿਸੇ ਨਾਲ कितने शेर होया, सिर्फ 1.5। प्लीज नोट करो जी, सिर्फ 1.5। लोग बहुत 1.5 क्यों, पूरा 2 बोलो, 2 नहीं बोल सकते, मैं 1.5 ही ਕਵਾਂਗਾ ਮੈਂ। मेरी मां बोली कन्नड़ ਵਿੱਚ 8 ਗਿਆਨਪੀਠ ਪੁਰਸਕਾਰ ਮਿਲੇ ਸੀ, ਸਭ ਤੋਂ ਵੱਧ। ਮੇਰਾ ਇਹ ਹੈ कि इन्नी सारे ज्ञानपीठ पुरस्कार हर पासे ਵਿੱਚ ਵੰਡਿਆ ਗਿਆ ਹੈ। एक भी लिखारी गुरु गोविंद सिंह बारे नहीं लिखा है, ना कि कोई सिख सिद्धांत बारे लिख के नहीं जीते ने, जबकि गुरु ग्रंथ साहब दे या गुरुवादी सिद्धांत ज्ञानपीठ पुरस्कार क्यों, बहुत वड्डे वड्डे नोबल पुरस्कार के वड्डे वड्डे पुरस्कार जीतने की ताकत है, पर लिखन वाले ने बहुत ना इंसाफी की है। विपिन चंद्रा तो लेके जिन्हें भी मॉडर्न हिस्टोरियंस, विपिन चंद्रा हुए, मृदुला ठाकुर हुए, बहुत सारे साहित्यकार है। वो गुरु गोविंद सिंह हिस्ट्री तो ही उन्होंने मॉडर्न हिस्ट्री तो करना चाहिए, नहीं लिखे ने वो। ये गुनाह होया है, पर हुण आने वाले समय ਵਿੱਚ ਮੈਨੂੰ ਲੱਗਦਾ ਹੈ ਉਹ ਉਜਾਗਰ ਹੋਏਗੀ, ਕਿਉਂਕਿ ਮੈਨੂੰ ਲੱਗਦਾ ਮੋਦੀ ਸਰਕਾਰ ਉਹ ਉਜਾਗਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਉਹ ਮੈਂ ਕੋਈ ਪਾਰਟੀ ਜਾਂ ਕੋਈ ਦੀ ਨਹੀਂ ਗੱਲ ਕਰ ਰਿਹਾ, ਪਰ ਸੱਚੀ ਈਮਾਨਦਾਰੀ ਨਾਲ ਉੱਤੇ ਹੋ ਰਿਹਾ ਹੈ ਕਿ ਉਸ ਉਜਾਗਰ ਕਰਕੇ ਉਸ ਦੇ ਬਾਰੇ ਲਿਖਿਆ ਜਾਵੇ। ਨਾ ਸਿਰਫ ਗੁਰੂ ਗੋਬਿੰਦ ਸਿੰਘ ਮਹਾਰਾਜ, ਹਿੰਦੁਸਤਾਨ ਵਿੱਚ ਬਹੁਤ ਸਾਰੇ ਸੰਤ ਹੋਏ ਨੇ, ਕਰਨਾਟਕ ਦੇ ਸਾਡੇ ਬਸਵੰਨਾ ਹੋਏ ਨੇ, ਅੱਕਮਾਦੇ ਵੀ ਹੋਏ ਨੇ, ਜੇ 12ਵੀਂ ਸਦੀ ਦੇ ਵਿੱਚ 12ਵੀਂ 13ਵੀਂ ਸਦੀ ਦੇ ਵਿੱਚ ਲੱਲ ਦੈਦ ਹੋਈ ਹੈ ਉਹ ਜੰਮੂ ਕਸ਼ਮੀਰ ਦੇ ਵਿੱਚ, ਉਹਨਾਂ ਬਾਰੇ ਲਿਖਣ ਦੀ ਕੋਸ਼ਿਸ਼ ਹੋ ਰਿਹਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਸਬਾਲਟਰਨ ਸਟੱਡੀਜ਼ ਜੀ। ਤੇ ਤੁਸੀਂ ਜਿਵੇਂ ਮੈਂ ਤੁਹਾਡੀ ਗੱਲ 'ਚ ਹੀ ਕਹਿ ਰਹੀ ਹਾਂ ਕਿ ਗਿਆਨਪੀਠ ਪੁਰਸਕਾਰ ਨਾ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਲਿਖ ਰਹੇ ਹੋ, ਗੁਰੂ ਨਾਨਕ ਦੇਵ ਜੀ ਦੇ ਵੀ ਸੰਦੇਸ਼ ਤੁਸੀਂ ਦੇ ਰਹੇ ਹੋ ਨਾ, ਕਿ ਤੁਸੀਂ ਕਿਤੇ ਨਾ ਕਿਤੇ ਨੇਮ ਫੇਮ ਜਾਂ ਕੋਈ ਪੁਰਸਕਾਰ ਕੁਝ ਏਦਾਂ ਦਾ। ਦੇਖੋ ਮੈਡਮ, ਇਨਸਾਨ करता है कुछ हासिल करने ले, या कुछ ना कुछ प्राप्त करने ले, पर मेरा पीड़ा, मेरा सोच एको एक है कि जो छुपिया हुआ है
ਜੋ ਉਜਾਗਰ ਨਹੀਂ ਕੀਤੀ ਗਈ ਹੈ, ਜੋ ਦਰਜਾ ਮਿਲਣਾ ਸੀ ਇਤਿਹਾਸ ਨੂੰ, ਸਿੱਖ ਇਤਿਹਾਸ ਨੂੰ, ਉਸ ਨੂੰ ਉਜਾਗਰ ਕਰਕੇ ਹਰ ਤੱਕ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਉਸ ਰਾਹ ਤੇ ਜੋ ਮੈਨੂੰ ਮਿਲਦਾ ਹੈ ਜਾਂ ਨਹੀਂ ਮਿਲਦਾ ਹੈ ਉਸ ਤੇ ਨਹੀਂ। ਭਗਵਦ ਗੀਤਾ ਪੜੋ ਤੁਸੀਂ, ਭਗਵਦ ਗੀਤਾ ਵਿੱਚ ਕਹਿੰਦਾ ਹੈ ਤੁਸੀਂ ਕਰਮ ਕਰਨੀ ਹੈ, फल की इच्छा नहीं करनी है। उस राह ते चलन वाला मैं पिछले 15 साल तो कर रहा है, कदे किसी तो मैं उम्मीद नहीं की है, किसी कर तो नहीं गया। मैं विदेश तो मैंने बहुत फोन करते तुसी विदेश आओ, मैं कदे गया नहीं गया विदेश विच। मैनू लगता है किसी उम्मीद नाल तुरन वाला नहीं है मां, क्योंकि गुरु नानक साहब दी सिद्धांत ते चलन वाले किसी नू प्राप्त करने लिए नहीं करते हो, वंडन लिए करते हैं काम। तो गुरु नानक दी सिद्धांत ही वंडन दी है। बिल्कुल जी जी, इसलिए मैं मेरा लेख तुसी देखोगे मैं एक भाषा विच नहीं लिखता, 4 भाषा विच लिखता है। अच्छा। पंजाबी, हिंदी, इंग्लिश, कन्नड़ा, अच्छा जी हर एक लिखिया कोई एक लेख वो मैं 4 भाषा विच अनुवाद करके छापदा है, कहंदा वंडिया जावे इतिहास ਨੂੰ जी। ਤੇ ਜੇ ਆਪਾਂ ਗੱਲ ਕਰੀਏ ਕਿ 2 ਭਾਸ਼ਾਵਾਂ ਜਦ ਮਿਲਦੀ ਹੈ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਕਲਚਰ ਵੀ ਤਾਂ ਮਿਲਦੇ ਹੋਣਗੇ ਕਿ ਨਹੀਂ? हाँ मिलते हैं। की प्रभाव मैं है? बहुत सारे, मैं बहुत हैरान हाँ, मेरे पत्नी भी मेरे घर विच ਅਸੀਂ डिस्कस करते हैं हाँ। कि कन्नड़ भाषा ਦੇ ਵਿੱਚ ਜਿੰਨੇ ਵੀ ਕਿਹੜੀ word ਭਾਸ਼ਾ ਬੋਲਦੇ ਹੋ ਘਰ? कन्नड़ मैडम। ਤੇ ਪੰਜਾਬੀ ਨਹੀਂ ਬੋਲਦੇ ਫਿਰ? ਮੇਰੇ ਘਰ ਦੇ ਵਿੱਚ ਮੇਰੀ ਮਾਂ ਬੋਲੀ, ਉਹਨਾਂ ਦੀ ਮਾਂ ਬੋਲੀ ਕੰਨੜ ਹੈ, ਅੱਛਾ। ਬੱਚੇ ਦੀ ਮਾਂ ਬੋਲੀ ਕੰਨੜ ਹੈ, ਕੰਨੜ ਵੀ ਬੋਲਣਗੇ ਉਹ। ਪਰ ਇਸ ਦੀ ਭਾਵ ਇਹ ਨਹੀਂ ਕਿ ਅਸੀਂ ਪੰਜਾਬੀ ਨਹੀਂ ਬੋਲਦੇ, ਪੰਜਾਬੀ ਵੀ ਬੋਲਦੇ ਹੈ। ਕਹਿਣ ਦਾ ਭਾਵ ਹੈ ਮਾਂ ਬੋਲੀ ਫਸਟ, ਮੇਰੀ ਮਾਂ ਬੋਲੀ ਕੰਨੜ। ਕੰਨੜ ਨੂੰ ਅਸੀਂ ਪਹਿਲੇ ਕੰਨੜ ਵਿੱਚ ਗੱਲ ਕਰਦੇ ਹਾਂ, ਪਰ ਜਦ ਮੈਂ ਅਸੀਂ ਕੋਈ ਪਾਠ ਕਰਨੀ ਹੈ, ਕੋਈ ਗੁਰੂ ਸਾਹਿਬ ਦੀ ਸਿਧਾਂਤ ਦੀ ਹੋ ਰਿਹਾ ਗੱਲ, ਕੋਈ ਮਾਤਾ ਖੀਵੀ ਦੀ ਗੱਲ ਹੋ ਰਹੀ ਹੈ, ਉਸ ਵਕਤ ਅਸੀਂ ਪੰਜਾਬੀ ਵਿੱਚ ਗੱਲ ਕਰਦੇ। ਕੋਈ ਮਹਿਮਾਨ ਪਹੁੰਚੇ ਨੇ ਪੰਜਾਬੀ ਵਿੱਚ ਗੱਲ ਕਰਦੇ ਹੈ, ਕੋਈ ਕਿੱਥੇ ਗਏ ਆਨੰਦਪੁਰ ਸਾਹਿਬ ਉੱਥੇ ਪੰਜਾਬੀ ਵਿੱਚ ਗੱਲ ਕਰਦੇ। ਕਹਿਣ ਦਾ ਭਾਵ ਹੈ ਕਿ ਮੇਰੇ ਵਾਈਫ ਵੀ ਕਹਿੰਦੀ ਹੈ ਬਹੁਤ ਸਾਰੇ ਸ਼ਬਦਾਵਲੀ ਕੰਨੜ ਦੇ ਵਿੱਚ ਵੀ ਨੇ ਤੇ ਪੰਜਾਬੀ ਵਿੱਚ ਨੇ। ਸੇਮ ਨੇ ਜੀ। ਜਿਵੇਂ ਤੁਸੀਂ ਪਾਂਡੇ ਘਰ ਦੇ ਵਿੱਚ ਪਾਂਡੇ ਹੁੰਦੇ ਆ, ਬਰਤਨ। ਹਾਂ, ਹਿੰਦੀ ਚ ਬਰਤਨ ਕਹਿੰਦੇ ਆ, ਭਾਂਡੇ ਪਾਂਡੇ ਪੰਜਾਬੀ ਵਿੱਚ, ਉਹ ਕੰਨੜ ਵਿੱਚ ਵੀ ਹੈ ਭਾਂਡੇ ਕਹਿੰਦੇ। यस, नीर जो वाटर है वो कन्नड़ विच है। बहुत सारी शब्दावली ने। अन्ना जो अन्ना है तुसी हाँ वो कन्नड़ विच ब्रदर, बहुत सारी शब्दावली ने। इन्ना ही नहीं मैडम, जे सिद्धांत दी तुलना करोगे ਉਹੀ ਮੇਲ ਜੋਲ ਕਹਿੰਦੇ ਨੇ। ਜਿਵੇਂ 12ਵੀਂ ਸਦੀ ਦੇ ਵਿੱਚ ਬਸਵੰਨਾ ਹੋਇਆ ਸਾਡੇ ਕਰਨਾਟਕ ਦੇ ਵਿੱਚ, ਬਸਵੰਨਾ 12ਵੀਂ ਸਦੀ ਦੇ ਵਿੱਚ ਜੋ ਵਚਨ ਅੰਦੋਲਨ ਦੀ ਸ਼ੁਰੂਆਤ ਕੀਤੇ ਸਨ ਤੇ ਅਨੁਭਵ ਮੰਟਪ ਦੀ ਸਥਾਪਨਾ ਹੋਇਆ। ਅਨੁਭਵ ਮੰਟਪ ਜਿੱਥੇ ਸਾਰੇ ਜਾਤੀ ਧਰਮ ਦੇ ਲੋਕ ਬੈਠ ਕੇ ਚਰਚਾ ਕਰਦੇ, ਉਹ ਅਨੁਭਵ ਮੰਟਪ ਸੀਗਾ। ਪਹਿਲਾ ਡੈਮੋਕ੍ਰੇਸੀ ਮੰਨਿਆ ਜਾਂਦਾ ਹੈ। ਉੱਥੇ ਬਸਵੰਨਾ ਸੀਗਾ 12ਵੀਂ ਸਦੀ ਜੋ ਅੰਤਰਜਾਤੀ ਵਿਆਹ ਵੀ ਸ਼ੁਰੂਆਤ ਕੀਤੇ ਸਨ, ਜਾਤੀਵਾਦ ਦੇ ਖਿਲਾਫ ਸਨ। ਉਹਨਾਂ ਦੀ ਸੋਚ बाबा नानक दी सोच दी मेल खाते ने, कुछ सारे नहीं मेल खाते ने कुछ। जिमें लंगर प्रथा वो भी शुरुआत मतलब जिन्ने पद्धर ते वड्डी पद्धर ते बाबा नानक तीनों वड्डे पद्धर ते नहीं होया जरूर उन्ना भी उत्थे भी नहीं। बाबा नानक कहते ने किरत करो बेसिक आइडियोलॉजी बाबा नानक दी, किरत करो, वंश को नाम जपो। बिल्कुल सेम आइडियोलॉजी 12वीं सदी ते बसवण्ण भी कहते ने कायकवे कैलासा। अच्छा जी, कायकवे कैलासा, काम ही भगवान है, वही किरत करो। तो इधर ही मेल खाते। इसलिए मैं जब भी कोई लेख लिखता है मैं उन्होंने नाल लेख तुरता है। जिवें सूफीवाद है, सूफीवाद दे विच जो गुरु नू पति मनना, हाँ जी, गुरु ਨੂੰ ਹੀ ਪਤੀ ਮੰਨ ਕੇ ਨੱਚਣਾ ਜੋ ਪ੍ਰਥਾ ਸ਼ੁਰੂ ਹੋਇਆ ਸੂਫੀਵਾਦ ਦੇ ਵਿੱਚ, ਬਾਬਾ ਬੁੱਲੇ ਸ਼ਾਹ ਤੱਕ, ਬਾਬਾ ਫਰੀਦ ਤੋਂ ਬੁੱਲੇ ਸ਼ਾਹ ਤੱਕ ਉਹ ਮੰਨਦੇ ਹੈ ਹਸਬੰਡ ਨੂੰ ਨੱਚਦੇ ਹੈ। ਯਹੀ ਪ੍ਰਥਾ ਮੈਂ ਨੱਚਣਾ ਚ ਯਾਰ ਮਨਾਣਾ ਆਪਾਂ ਕਹਿੰਦੇ ਆ ਨਾ ਗਾਣਿਆਂ ਚ। ਜੀ ਜੀ, ਉਹੀ ਪ੍ਰਥਾ ਕਰਨਾਟਕ ਦੇ ਵਿੱਚ ਮਿਲਦੇ ਹੈ। ਅੱਛਾ ਜੀ, ਔਰਤ ਨੂੰ ਇੱਜ਼ਤ ਕਰਨ ਦੀ ਬਾਬਾ ਨਾਨਕ ਦੀ 15ਵੀਂ ਸਦੀ ਦੀ ਜੋ ਸੋਚ ਹੈ ਉੱਥੇ ਵੀ ਮਿਲਦਾ ਹੈ 12ਵੀਂ ਸਦੀ। ਕਿਉਂਕਿ ਜੋ ਅਨੁਭਵ ਮੰਟਪ ਦੇ ਵਿੱਚ ਅੱਕ ਮਾਦੇਵੀ 12ਵੀਂ ਸਦੀ ਦੀ ਮਹਿਲਾ ਉਹ ਵੀ ਸ਼ਾਮਿਲ ਸੀ ਉਸਦੇ ਵਿੱਚ। ਇਹ ਕਾਮਨ ਮੁੱਦੇ ਰਹੇ ਤਾਂ ਰਹੇ। ਕਾਮਨ ਮੁੱਦੇ ਤਾਂ ਨਹੀਂ ਬੋਲ ਸਕਦੇ, ਔਰਤ ਦੀ ਸਨਮਾਨ ਕਰਨ ਦੀ ਗੱਲ ਕਾਮਨ ਨਹੀਂ ਸੀਗਾ, ਉਸ ਤੋਂ ਵਿਸ਼ੇਸ਼ ਸੀਗਾ ਉਹ। ਜਿਵੇਂ ਸਿੱਧ ਗੋਸ਼ਟੀ ਪੜੋਗੇ, ਸਿੱਧ ਗੋਸ਼ਟੀ ਵਿੱਚ ਬਾਬਾ ਨਾਨਕ ਜਦ ਉਹ ਪਰਵਤ ਤੇ ਗਏ, ਬਹੁਤ ਸਾਰੇ ਸੰਤ ਜੋ ਉੱਥੇ ਬੈਠੇ ਸਨ ਸਿੱਧ, ਉਹਨਾਂ ਨੂੰ ਪੁੱਛਿਆ ਕਿ ਔਰਤ ਨੂੰ ਸਨਮਾਨ ਕਰਨ ਦੀ ਲੋੜ ਕੀ ਹੈ।
ਨਾ ਔਰਤ ਕਿਸੇ ਦੇ ਧਰਮ ਨੂੰ ਸਥਾਪਨਾ ਕੀਤੀ ਹੈ, ਨਾ ਕੋਈ ਗ੍ਰੰਥ ਦੀ ਸਥਾਪਨਾ ਕੀਤੀ ਹੈ। ਤੁਸੀਂ ਕਿਉਂ ਇੰਨੀ ਸਨਮਾਨ ਕਰਦੇ ਹੋ ਔਰਤ ਦੇ? ਸੋ ਸਿੱਧ ਗੋਸ਼ਟੀ ਵਿੱਚ ਬਾਬਾ ਨਾਨਕ ਆਖਦੇ ਨੇ, ਭਾਵੇਂ ਔਰਤ ਗ੍ਰੰਥ ਨੂੰ ਰਚਨਾ ਨਾ ਕੀਤੀ ਹੋਣ, ਨਾ ਹੀ ਕੋਈ ਧਰਮ ਦੀ ਰਚਨਾ, ਪਰ ਰਚਨਾ ਕਰਨ ਵਾਲੇ ਨੂੰ ਜਨਮ ਦਿੱਤੀ ਹੈ, इसलिए जन्मदाता है, इसलिए सो क्यों मंदा कि जित जमे राजा। कहता पर वो जो विशेष फोर्स सी हो, सोच सी, विचारधारा सी, वो कामन मुद्दा नहीं ਸੀਗਾ। वो उस वक्त दे क्रांतिकारी सोच कह सकते हो तुसी। इसलिए बसवण्णा भी 12वीं सदी ਦੇ ਵਿੱਚ अंतरजातीय व्याकरण ਦੀ प्रक्रिया शुरू कर देते हैं उन्होंने। उस वक्त कामन मुद्दा नहीं सी, वो क्रांतिकारी सोच जो व्यवस्था के खिलाफ लड़न की ताकत, इसलिए वो सोच मेल खा जाते हैं, ਕਿਤੇ ਨਾ ਕਿਤੇ ਮੇਲ ਖਾ ਜੀ, ਜਾਂਦੀ ਜੀ, ਨਾ। ਜੀ। ਤੇ ਮੈਂ ਇਹ ਵੀ ਪੜ੍ਹਿਆ ਕਿ ਤੁਸੀਂ ਹਾਈ ਕੋਰਟ ਵਿੱਚ ਹਨਾ PIL ਦਾਇਰ ਕੀਤੀ ਹੈ ਕਿ ਵਲਗਰ ਗਾਣੇ ਜਿਹੜੇ ਹੈਗੇ, ਯੋ ਹਨੀ ਸਿੰਘ ਨੂੰ ਤੁਸੀਂ ਬੜਾ ਇਹ ਗਾਣਿਆਂ ਦਾ ਮੁੱਦਾ ਤੁਸੀਂ ਉਠਾਇਆ। ਹਾਂ, मनोरंजन ਦੀ ਨਾਂ ਤੇ ਔਰਤ ਨੂੰ ਬੇਇੱਜ਼ਤੀ ਕਰਨਾ ਕਿੱਥੋਂ ਦੀ ਇਨਸਾਫ ਹੈ? मनोरंजन ਦੀ ਨਾਂ ਤੇ ਜੱਟ ਸਮੁਦਾਇ ਨੂੰ ਬੇਇੱਜ਼ਤੀ ਕਰਨਾ ਕਿੱਥੋਂ ਦੀ ਇਨਸਾਫ ਹੈ? मनोरंजन ਦੀ ਆਧਾਰ ਤੇ ਨਾਂ ਤੇ ਤੁਸੀਂ ਬੰਦੂਕ ਨੂੰ, ਸ਼ਰਾਬ ਨੂੰ ਉਤਸਤ ਕਰਨ ਵਾਲਾ ਕਰਨ ਦੀ ਕੋਈ ਤੁਕ ਨਹੀਂ ਇਹਦੇ ਵਿੱਚ। मनोरंजन ਦੇ ਨਾਂ ਤੇ ਸਮਾਜ ਨੂੰ ਬੇਇੱਜ਼ਤੀ ਕਰਨੀ, ਪੰਜਾਬ ਸਮਾਜ ਨੂੰ ਮੈਂ ਕਹਿਣ ਦਾ ਭਾਵ ਹੈ, ਉਹ ਕੋਈ ਕਿਸੇ ਦੀ ਅਧਿਕਾਰ ਨਹੀਂ ਹੈ। ਕੀ ਰਿਜ਼ਲਟ ਰਿਹਾ ਉਹਦਾ? ਰਿਜ਼ਲਟ ਬਹੁਤ ਕੁਝ ਹੋਇਆ। ਮੈਂ ਹਾਈ ਕੋਰਟ ਦੇ ਵਿੱਚ 2016 ਦੇ ਵਿੱਚ ਮੈਂ ਗਿਆ ਮੈਡਮ, 2016। ਤੁਹਾਨੂੰ ਪਤਾ ਨਾ, ਤੁਸੀਂ ਤਾਂ ਮਸ਼ਹੂਰ ਪੱਤਰਕਾਰ ਹੋ, ਤੁਹਾਨੂੰ ਪਤਾ ਹੈ ਬਠਿੰਡਾ ਦੇ ਨੇੜੇ ਮੌਰੀ ਮੰਡੀ, ਉੱਥੇ ਇੱਕ ਕੁਲਵਿੰਦਰ ਕੌਰ ਦੀ ਮੌਤ ਹੋਈ ਸੀ, ਗੋਲੀ ਲੱਗਿਆ ਸੀ। ਬਿਲਕੁਲ ਯਾਦ ਇਨਸੀਡੈਂਸ ਹੈਗਾ। ਹਾਂ, ਦੱਸੋ ਉਸ बेचारी नचन वाली, नच के अपने पेट भरन वाली औरत ਨੂੰ ਤੁਸੀਂ ਗੋਲੀ ਮਾਰੋਗੇ? ਉਹ ਵੀ 10:30 ਵਜੇ ਨੱਚਦੀ ਪਈ ਸੀ, ਉਹ ਪਿੱਛੇ ਗਾਣਾ ਚੱਲਦਾ ਪਿਆ ਸੀ ਦਿਲਦੀਸ਼ ਦੋਸਾਂਝ ਦੀ, ਤੁਸੀਂ ਸ਼ਰਾਬ ਵਰਗੀ। ਉਸ ਨੂੰ ਸੁਣ ਕੇ ਉਤਸ਼ਾਹਿਤ ਹੋਏ, ਬੈਠ ਕੇ ਉਹ ਬੰਦੂਕ ਲੈ ਕੇ ਗੋਲੀ ਚਲੀ, ਉਹਨਾਂ ਨੂੰ ਇੱਥੇ ਲੱਗਿਆ, ਉਹ ਉੱਥੇ ਡਿੱਗ ਪਈ ਸਟੇਜ ਤੇ। ਮੈਡਮ ਉਹ 3 ਮਹੀਨੇ ਦੀ ਗਰਭਵਤੀ ਸੀ ਉਸ ਵਕਤ। ਦੱਸੋ ਮੈਨੂੰ, ਉਸ ਬੱਚੇ ਜੋ ਜੰਮਿਆ ਨਹੀਂ ਸੀ ਉਸ ਦੀ ਮੌਤ ਹੋਇਆ, उस कुड़ी की मौत हुई। वो देख के मैं हैरान हुआ है कि ये पंजाबी सभ्याचार नहीं हो सकता है। मेरे PIL पब्लिक इंटरेस्ट लिटिगेशन दे विच मैं लिखा है ये पंजाबी सभ्याचार नहीं हो सकता है। पहले मेरी वाद विवाद विच भी मैं कहा जज साहब नो कि जज साहब ये पंजाबी सभ्याचार नहीं हो सकता, गलत गाने ते नचना पंजाबी सभ्याचार नहीं है जज साहब। पंजाबी सभ्याचार ਤਾਂ ਇੱਕ ਪਰਮਾਤਮਾ ਦੀ ਨਾਦ ਵਿੱਚ ਨੱਚਣ ਵਾਲੀ ਸਭਿਆਚਾਰ ਹੈ। ਤੁਸੀਂ ਪੜੋ 12ਵੀਂ ਸਦੀ ਵਿੱਚ ਬਾਬਾ ਫਰੀਦ ਇੱਕ ਪਰਮਾਤਮਾ ਦੇ ਨਾਦ ਵਿੱਚ ਨੱਚੇ ਨੇ। 15ਵੀਂ ਸਦੀ ਵਿੱਚ ਬਾਬਾ ਨਾਨਕ 4 ਉਦਾਸੀ ਕਰਕੇ ਇੱਕ ਪਰਮਾਤਮਾ ਦੀ ਉਤਸਤ। ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਕੁਝ ਖੋ ਜਾਣ ਤੋਂ ਬਾਅਦ ਵੀ ਇੱਕ ਪਰਮਾਤਮਾ ਦੀ ਉਤਸਤ ਜਫਰਨਾਮਾ ਦੇ ਵਿੱਚ। ਇੰਨੀ ਪਵਿੱਤਰ ਧਰਤੀ ਤੇ ਤੁਸੀਂ ਗੰਦੇ ਗਾਣੇ ਤੇ ਨੱਚੋਗੇ, ਇਹ ਬੰਦ ਹੋਣਾ ਚਾਹੀਦਾ। ਮੇਰਾ ਦਲੀਲ ਸੁਣ ਕੇ ਉਸ ਵਕਤ ਨੋਟਿਸ ਕੱਢਿਆ ਗਿਆ, SP DGP ਪ੍ਰਿੰਸੀਪਲ ਸੈਕਟਰੀ ਹੋਮ ਸਾਰੇ ਨੂੰ, DC ਸਭ ਨੂੰ, ਸਾਰੇ ਪਾਰਟੀ ਬਣਾਇਆ ਸੀ ਮੈਂ, ਸਾਰੇ ਨੂੰ ਜਵਾਬ ਦੇਣਾ ਪੈ ਗਿਆ ਉਸ ਵਕਤ। 2016 ਤੋਂ 2019 ਤੱਕ सर ते बोर्ड रख के वो कोई पिंड कोई डिस्ट्रिक्ट नहीं छड्या। मैं हर डिस्ट्रिक्ट उधर जाके प्रचार की। मैंने उन्होंने नोटिस भी कढ़िया, मेरे बोर्ड दे विच लिखिया सी उस वक्त कि 15 दिसंबर तक माफी मंगो, नहीं तो मैं कानूनी कार्रवाई करांगा। अच्छा। बहुत से लोगों ने माफी भी मंगिया, जिवें सुखविंदर सुक्की बठिंडा तो जो बंदूक वाला गाना गाया सी। अच्छा जी। लिखन वाले गाने तो रुके नहीं ना, गाने तो हुण भी लच्छण नहीं, गाने बहुत सारे रुके हैं मैडम, इदा नहीं, बहुत सारे गाना रुके ने। मैं कंटेम्प्ट भी पाया, कंटेम्प्ट ऑफ कोर्ट भी पाया। कहने पावे बहुत सारे लोग मंच ते नहीं गा रहे ने मैडम, मंच ते एक दसो मैंने कोई गाया हो? अच्छा। जेडे भी गाया COCP कंटेम्प्ट मैंने पाया है, चल रहा है जी कोर्ट, हाले भी सुनवाई है अगले हफ्ते। इन्होंने मैं नहीं छड़ना। एक मनोरंजन ਇੱਥੇ ਤੁਹਾਡੇ ਤੇ ਕੋਈ 네ਗੇਟਿਵ ਇੰਪੈਕਟ ਨਹੀਂ ਪਿਆ ਕਿ ਜਿਨ੍ਹਾਂ ਨੂੰ ਤੁਸੀਂ ਇੰਨਾ ਓਪਨ ਚੈਲੰਜ ਕਰ ਰਹੇ ਹੋ ਤਾਂ ਪਰਸਨਲੀ ਤੁਹਾਡੇ ਤੇ ਕੋਈ? ਪਰਸਨਲ ਕੋਈ ਨਹੀਂ ਮੈਡਮ, ਉਹਨਾਂ ਨੂੰ ਪਤਾ ਹੈ ਇਹ ਸਹੀ ਗੱਲ ਕਹਿ ਰਿਹਾ ਹੈ, ਸਾਰੇ ਨੂੰ ਪਤਾ ਹੈ। ਸਾਰੇ ਗਾਇਕ ਦੀ ਕੀ ਪ੍ਰਤੀਕਿਰਿਆ ਸੀ? ਸਾਰੇ ਮੈਨੂੰ ਪਿਆਰ ਕਰਦੇ ਮੈਡਮ, ਗਾਇਕ ਨੂੰ ਸਾਰੇ ਨੂੰ ਪਤਾ ਹੈ ਇਹ ਗਲਤ ਨਹੀਂ ਕਹਿ ਰਿਹਾ, ਉਹ ਸਹੀ ਕਹਿ ਰਿਹਾ ਹੈ, ਸਾਨੂੰ ਨਹੀਂ ਗਾਣਾ ਚਾਹੀਦਾ। ਕੁਝ ਲੋਕ ਨੇ ਐਕਸੈਪਟ ਕਰਕੇ ਮਾਫੀ ਵੀ ਮੰਗ ਚੁੱਕੇ ਨੇ। ਇਹ ਤਾਂ ਉਹਨਾਂ ਦੀ ਰੋਜੀ ਰੋਟੀ ਤੇ ਵੀ ਗੱਲ ਆਉਂਦੀ ਹੈ ਨਾ। ਰੋਜੀ ਰੋਟੀ ਮੈਡਮ, ਰੋਜੀ ਰੋਟੀ ਬਾਬਾ ਨਾਨਕ ਦੀ ਸੋਚ ਇਹ ਨਹੀਂ ਕਹਿੰਦਾ ਕਿ ਤੁਸੀਂ ਗਲਤ ਕਿਰਤ ਕਰਕੇ ਰੋਟੀ ਕਮਾਓ। किरत करो दी फिलॉसफी पढ़ो जी, चंगे कम करके चंगे किरत करके पेट पालन दी गल हो रहा है जी। तुसी गंदे गाने चौथा पेग ला के बाफड़नी गाना गाओगे, औरत दी बेइज्जती है।
ਚੰਡੀਗੜ੍ਹ ਚ ਕੁੜੀ ਮਿਲੀ ਚਾਕਲੇਟ ਵਰਗੀ, ਔਰਤ ਨੂੰ ਭੋਗਣ ਵਾਲੀ ਵਸਤੂ ਬਣਾਓਗੇ। ਜਿੱਥੇ ਪਾਬੰਦੀ ਹਥਿਆਰ ਦੀ ਉੱਥੇ ਜੱਟ ਫਾਇਰ ਕਰਦਾ, ਜੱਟ ਦੀ ਬੇਇੱਜ਼ਤੀ। ਜੱਟ ਤਾਂ ਇਹਦਾ ਹੋ ਹੀ ਨਹੀਂ ਸਕਦਾ। ਜੱਟ ਤਾਂ ਇੱਕੋ ਇੱਕ ਮਿੱਟੀ ਨਾਲ ਮਿੱਟੀ ਹੋ ਕੇ ਕੰਮ ਕਰਨ ਵਾਲੇ ਜੱਟ ਹੁੰਦੇ ਨੇ, ਸਾਰੇ ਨੂੰ ਬੇਇੱਜ਼ਤੀ ਕਰ ਦਿੱਤੇ ਨੇ। ਇਸ ਲਈ ਇਹ ਕੀਰਤ ਸਹੀ ਨਹੀਂ ਹੈ। ਚੰਗੇ ਕੀਰਤ ਕਰਕੇ पेट भरने की लोड़ है। इसलिए मैं 3 साल 2016 तो 19 तक यही गल दोहराया मैंने, इसलिए सारे सुधर गए, मतलब समझ गए। ਹੁਣ ਉਹ ਸਟੇਜ ਤੇ ਨਹੀਂ ਗਾ ਰਹੇ ਨੇ, ਉਹ ਨਹੀਂ ਗਾ ਰਹੇ ਨੇ। ਪੰਜਾਬ ਪੁਲਿਸ ਦਾ ਮੈਂ ਸ਼ੁਕਰਗੁਜ਼ਾਰ ਹਾਂ, ਡੀਜੀਪੀ ਪੰਜਾਬ ਜਿੰਨੇ ਵੀ ਡੀਜੀਪੀ ਹੋਏ ਨੇ 2016 ਤੋਂ, ਇਹ ਸਮਝ ਚੁੱਕੇ ਨੇ। ਮੈਨੂੰ ਫੋਨ ਵੀ ਆਏ ਸੀ ਉਹਨਾਂ ਦੇ ਪੀਏ ਦੇ, ਤੁਸੀਂ ਚੰਗੇ ਕੰਮ ਕਰਦੇ ਪਏ, ਡਰਨਾ ਨਹੀਂ, ਤੂੰ ਕਰਦੇ ਰਹੋ। ਸਮ ਟਾਈਮ ਥ੍ਰੈਟ ਵੀ ਮਿਲ ਜਾਂਦਾ। ਥ੍ਰੈਟ ਨਹੀਂ ਮਿਲ ਸਕਦਾ ਮੈਡਮ, क्योंकि जे सच ते राह ते चलोगे ना मैडम, कोई डर नहीं ना, वो डराउंदे, उन्होंने पता है ये सच गलत नहीं कर रहा है। इसलिए दोनों बहुत ही निम्रता नाल दस देना मैडम, 2016 तो हुण तक एक भी मैनू गलत फोन धमकी वाला नहीं आए ने। वेरी नाइस, बहुत चंगी कृपा प्रभु दी। पंजाबी लोग चंगे ने, समझदार ने, ये लोग इदा ही नहीं है, वो प्रभु दी आशीर्वाद है ना, ते समझदार है। ਬਿਲਕੁਲ। ਤੇ ਜੇ ਆਪਾਂ ਗੱਲ ਕਰੀਏ ਕਿ ਤੁਸੀਂ 11 ਬੁੱਕਸ ਦਾ ਅਨੁਵਾਦ ਕੀਤਾ ਨਾ, ਤੇ ਕੀ ਤੁਸੀਂ ਕੰਨੜ ਭਾਸ਼ਾ ਵੀ ਪੰਜਾਬ 'ਚ ਪ੍ਰਮੋਟ ਕਰ ਰਹੇ ਹੋ? कन्नड़ भाषा जी बिल्कुल, क्योंकि मैं क्यों करना चाह रहे हो कि कन्नड़ भाषा इस एरिया च प्रमोट क्यों हो गई? देखो मैडम, देश ਨੂੰ ਏਕਤਾ ਅਖੰਡਤਾ ਨੂੰ ਬਰਕਰਾਰ ਰੱਖਣੀ ਹੈ, ਦੇਸ਼ ਨੂੰ ਮਜ਼ਬੂਤ ਕਰਨੀ ਹੈ। ਇੱਕ ਦੂਜੇ ਦੀ ਭਾਸ਼ਾ ਸਿੱਖਣ ਦੀ ਲੋੜ ਹੈ, ਸਮਝਣ ਦੀ ਲੋੜ ਹੈ। इसलिए मैं कन्नड़ भी इतने प्रचार कर रहा हूँ। मेरा प्रचार करने की तरीका वखरी है, डायरेक्ट नहीं करता मैं, जिमें जपजी साहब कन्नड़ में अनुवाद करता तरीका है जी। मेरी कन्नड़ माँ बोली ਨੂੰ मैं ਉੱਚੀ ਪੱਧਰ ਤੇ ਰੱਖਿਆ। ਜਫਰਨਾਮਾ ਕन्नड़ ਵਿੱਚ अनुवाद ਹੋਇਆ। ਬਸਵਾਨਾ ਦੀ ਬਾਣੀ ਵਚਨ ਅਸੀਂ ਕਹਿੰਦੇ, ਵਚਨ ਨਹੀਂ ਕਹਿੰਦੇ, ਉਸ ਵਚਨ ਨੂੰ ਇੱਥੇ ਦੀ ਲੋਕਾਂ ਨੂੰ ਸੁਣਾਣਾ, ਉਹਨਾਂ ਨੂੰ ਸਮਝਾਣਾ, ਉਹਨਾਂ ਨੂੰ ਉਚਾਰਨ ਕਰਨ ਲਈ ਪ੍ਰੋਤਸਾਹਿਤ ਕਰਨੀ, और कन्नड़ दी जिन्ने भी अखर ने सिखाना, ये काम चल रहा है जी। मेरे पत्नी भी मेरा साथ देती है। तो तुसी क्लासेस लेने हो? क्लासेस तो रेगुलर नहीं है, क्योंकि कदे कदे मैं ऑनलाइन भी होंगी है, कदे कदे मैं संडे या कोई दिन कन्नड़ सिखाते हैं, पर ज़्यादा तौर पे ऑनलाइन भी ज़्यादा होंगी है, क्योंकि ਕਿਹੜੀ ਪੋਪੂਲੇਸ਼ਨ ਪੰਜਾਬੀ ਲੋਕੀ ਆਉਂਦੇ ਆ ਤੁਹਾਡੇ ਕੋਲ ਕੰਨੜ ਸਿੱਖਣ ਲਈ? ਅਜਿਹੇ ਲੋਕ ਹੁੰਦੇ ਨੇ ਜੋ 3 ਮਹੀਨੇ ਤੋਂ ਬਾਅਦ ਸਾਨੂੰ ਬੈਂਗਲੁਰੂ ਜਾਣਾ ਹੈ ਜੀ, ਬੈਂਗਲੁਰੂ ਦੇ ਵਿੱਚ ਨੌਕਰੀ ਮਿਲ ਗਈ ਜੀ, ਉੱਥੇ ਸੈਟਲ ਹੋਣਾ ਹੈ ਜੀ, ਕੰਨੜ ਸਾਨੂੰ ਸਿਖਾਓ ਜੀ 3 ਮਹੀਨੇ ਦੇ ਵਿੱਚ। ਉਹਨਾਂ ਲੋਕਾਂ ਲਈ ਮੈਂ ਕੰਨੜ ਸਿਖਾਉਂ ਤਾਂ ਕਿ ਉੱਥੇ ਜਾ ਕੇ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ, ਉਹ ਕੰਨੜ ਤੋਂ ਪਰਿਚਿਤ ਹੋਵੇ, ਤਾਂ ਕਿ ਉੱਥੇ ਜਾ ਕੇ ਕੰਨੜ ਕੁਝ ਤਾਂ ਬੋਲੀਏ, ਤਾਂ ਕਿ ਉਹਨਾਂ ਨੂੰ ਉੱਥੇ ਦੇ ਲੋਕਾਂ ਨੂੰ ਇਹ ਨਾ ਲੱਗੇ ਕਿ ਇਹਨਾਂ ਨੂੰ ਕੁਝ ਨਾ ਆਉਂਦੀ। ਇਹ ਲੋਕ ਬਹੁਤ ਮੇਰੇ ਕੋਲ ਆ ਜਾਂਦੇ। ਕੀ ਆਬਜੈਕਟ ਹੈ ਇਹਦੇ ਪਿੱਛੇ ਕੰਨੜ ਭਾਸ਼ਾ ਨੂੰ ਪ੍ਰਮੋਟ ਕਰਨ ਲਈ ਤੁਹਾਡਾ? ਮੈਡਮ ਜੇ ਮੈਂ ਕੰਨੜਾ ਪੰਜਾਬੀ ਸਿੱਖ ਸਕਦਾ ਹੈ, ਮੈਂ ਵੀ ਉਮੀਦ ਰੱਖਾਂਗਾ ਕਿ ਇੱਥੇ ਦੇ ਲੋਕ ਵੀ ਮੇਰੀ ਮਾਂ ਬੋਲੀ ਨੂੰ ਸਿੱਖੇ। ਤੇ ਚੰਡੀਗੜ੍ਹ ਸਿਟੀ 'ਚ ਵੀ ਤੁਸੀਂ 200 ਬੋਰਡ ਐਦਾਂ ਦੇ ਲਗਾਏ ਕਿ ਜਿਹੜੇ ਹਿੰਦੀ 'ਚ ਸੀ ਜਾਂ ਇੰਗਲਿਸ਼ ਵਿੱਚ ਹੀ ਤੁਸੀਂ ਉਹਨਾਂ ਨੂੰ ट्रांसलेट करा के पंजाबी च लगाए। ते सब तो वड्डी एग्जाम्पल यूनिवर्सिटी दी, एग्रीकल्चर यूनिवर्सिटी ते खेतीबाड़ी यूनिवर्सिटी करवाया ना, तो ਇਹਦੇ ਵਿੱਚ ਤੁਹਾਨੂੰ ਔਕੜਾਂ ਆਈਆਂ? ਸਰ ਤੇ ਬੋਰਡ ਰੱਖ ਕੇ ਤੁਰਨ ਦੀ ਇਹੀ ਫਾਇਦਾ ਹੈ ਮੈਡਮ। ਉਹ ਦੂਜੇ ਜਿਹੜੇ ਜਿਨ੍ਹਾਂ ਨੂੰ ਮੈਂ ਅਪਰੋਚ ਕਰਦਾ ਹੈ, ਬੇਨਤੀ ਕਰਦਾ ਹੈ, ਉਹਨਾਂ ਨੂੰ ਇਦਾਂ ਲੱਗਦਾ ਯਾਰ ਇਹ ਸਰ ਤੇ ਰੱਖ ਕੇ ਘੁੰਮਦਾ ਹੈ ਸਾਡੀ ਮਾਂ ਬੋਲੀ ਨੂੰ, ਇਹਨਾਂ ਦੀ ਬੇਨਤੀ ਅਸੀਂ ਕਿਉਂ ਨਹੀਂ ਸੁਣ ਸਕਦੇ, जद कि बाहर तो आके बोल रहे हैं कि पंजाबी लिखो। इन्होंने शर्मसार करने की गल हो जाती है उन्होंने, इसलिए मैंने मेरी एक बिनती पत्री काफ़ी है उन्होंने, होर कुछ नहीं। जे नहीं सुनते उन्होंने मैं 5,000 10,000 रुपये चेक भेज देना, तुसी मेरा पैसे तो बोर्ड लगा दियो, होर शर्मसार हो जाते हो कि ना सानू पैसे नहीं चाहिए, ऐसे लगा देना, तुसी वापस लो पैसे। मेरा पैसे भी वापस आ गए, बोर्ड भी लग गई। कहने पे किसी ਨੂੰ डायरेक्ट नहीं मार सकते, तो इनडायरेक्टली उन्होंने समझाने की लोड़ है। इसलिए रीजन है ਤੁਹਾਡਾ? रीजन ये को कि मेरा तो इन्ना प्यार हो है उस 35 अखर नाल, मैं चाहता कि हर थां ते पंजाबी दिसे। मेरा अंदर तो आवाज़ उठती है और चाह है इन्नी है कि हर थां ते पंजाबी ऊपर हो, वो थल्ले नहीं, थल्ले जिथे हो उत्थे खड़ जाता मैं, वो जो मुड़ के उसਨੂੰ बोर्ड को चेंज करके मुड़ के वापस आंदा है मैं कदे कदे। इसलिए मैं थल्ले नहीं देख सकता पंजाबी, ऊपर होवे।
ਜਿਵੇਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਹਾਂਜੀ ਉਹਨਾਂ ਨੇ ਪੰਜਾਬੀ ਥੱਲੇ ਲਿਖਿਆ ਸੀ ਕਿ ਇੱਥੇ ਲਿਖਿਆ ਹੀ ਨਹੀਂ ਸੀ। ਅੱਛਾ। ਮੈਂ ਪੰਜਾਬ ਯੂਨੀਵਰਸਿਟੀ ਉਸ ਵਕਤ ਵਾइस चांसलर साहब ਨੂੰ मैं 5000 रुपए ਚੱਕ वाइस चांसलर मेरे बॉस है वो यूनिवर्सिटी उसी अंडर ਦੇ ਵਿੱਚ मैं नौकरी करता है, पर मैं सोचा नहीं कि वो मेरा बॉस है, मेरा तो कार्रवाई होगी, मैं सोचा ही नहीं। हाँ। मैं बस पैसे भेजा, मैं थल्ले लिखा कि होर पैसे चाहिए ਤਾਂ ਦੱਸ ਦੇਣਾ। ਤੇ ਉਹਨਾਂ ਨੇ ਫਿਰ ਕੀ ਕੀਤਾ? ਉਹਨਾਂ ਨੇ ਕਿਹਾ ਨਾ ਅਸੀਂ ਲਗਵਾ ਦੇਣਾ। ਲੋਕ ਕਿ ਤੁਹਾਡੇ ਬਹੁਤ ਵਧੀਆ ਤਰੀਕੇ ਨਾਲ ਤਰੀਕਾ ਹੋਰ ਇੱਕ ਮੈਂ ਉਦਾਹਰਨ ਤੁਹਾਨੂੰ ਦੇ ਦੇਣਾ ਮੈਡਮ, ਖੇਤੀਬਾੜੀ ਯੂਨੀਵਰਸਿਟੀ, ਹਾਂਜੀ पंजाब के अग्रे, उन्होंने पंजाबी च लिखा ही नहीं सी, सिर्फ अंग्रेजी सीगा। उस वक्त कमाल दे दिल्लो साहब वाइस चांसलर साहब उन्होंने मैं लेटर लिखिया ते 5000 रुपए भेजिया। अच्छा उन्होंने वो बहुत कमाल दी शख्सियत है, मैं बहुत शुक्रगुजार है। उन्होंने मैनू लेटर लिखिया, उत्थे साइन भी की सी, मेरा साइन बड़ा अनोखा है। उत्थे मेरा वो एक ओंकार भी है, ओम भी है, क्रॉस भी है, और मुस्लिम का वो जो स्टार होता है वो चांद, हाँ चांद और स्टार भी है, सारे में मिक्स करके साइन करता है। अच्छा जी करके भेजा सी मैं, उन्होंने देख के चेक भी मोड़िया और लिखिया है कि ਅਸੀਂ बोर्ड लिखवा देना, थोड़े पैसे सानू नहीं चाहिए, अच्छा पर थोड़ी एक इजाजत चाहिए कि ਜਿਹੜੀ ਸਾਈਨ ਕੀਤੀ ਹੈ ਨਾ, ਉਹ ਸਾਈਨ ਨੂੰ ਮੈਂ ਕਾਪੀ ਕਰਨਾ ਚਾਹਾਂਗਾ, ਤੁਸੀਂ ਮੈਨੂੰ ਇਜਾਜ਼ਤ ਦਿਓ। ਇੰਨੀ ਤੁਸੀਂ ਕਿਉਂ ਸਾਰੇ ਧਰਮਾਂ ਨੂੰ ਆਪਣੇ ਸਾਈਨ ਚ ਦਿੱਤਾ ਹੈ? ਬਾਬਾ ਨਾਨਕ ਦੀ ਸੋਚੀ ਸੀ ਸਾਰੇ ਨੂੰ ਰਲ ਮਿਲ ਕੇ ਮਿਲਾ ਕੇ ਸ਼ੁਰੂ ਤੋਂ ਸਾਈਨ ਸ਼ੁਰੂ ਤੋਂ ਹੀ ਮੇਰਾ, ਸ਼ੁਰੂ ਤੋਂ ਨਹੀਂ, ਚੰਡੀਗੜ੍ਹ ਆਉਣ ਤੋਂ ਪਹਿਲਾਂ ਮੈਂ ਉਹ ਇੱਕ ਓਂਕਾਰ ਨਹੀਂ ਸੀ, ਅੱਛਾ ਜੀ ਬਾਕੀ ਸਭ ਕੁਝ ਸੀ। ਉਹ ਤੁਸੀਂ ਐਡ ਆਨ ਕੀਤਾ? याद ऑन कर चंडीगढ़ पंजाबी सीखने तो बाद एक ओंकार मैंने याद करता। मैं भी इस पॉडकास्ट और साइन दी फोटो पाना जरूर मैं थोड़े साइन दी तारीफ हरते ਹੁੰਦੇ ਆ, ਕਹਿਣ ਦਾ ਭਾਵ ਹੈ ਦਿਲੋਂ ਸਾਹਿਬ ਦੀ मैं शुक्रगुजार। उन्होंने बोर्ड भी बनाया ऊपर, सब तो ऊपर खेतीबाड़ी यूनिवर्सिटी, खेतीबाड़ी नहीं लिखा है उन्होंने, पंजाब एग्रीकल्चर यूनिवर्सिटी लिखे ने, भावे अंग्रेजी च लिखा है कोई गल नहीं, पर पंजाबी मैनू गुरमुखी दिसदा है, वो खुश है मैं। ਹਾਂ ਤੇ ਜੇ ਗੱਲ ਕਰੀਏ ਕਿ ਆਰਟੀਆਈ ਦੀ 3 ਭਾਸ਼ਾਵਾਂ ਸੀਗੀਆਂ, ਤੁਸੀਂ ਉਹਨਾਂ ਦਾ ਬੋਰਡ ਚੈਲੰਜ ਵੀ ਲਿਆ, ਕਿਹੜੀ ਭਾਸ਼ਾਵਾਂ ਸੀ? ये बहुत कमाल दी सवाल है मैडम, कोई पूछदा नहीं है ये सवाल, तुसी पूछा, शुक्रिया थोड़ा। 19 भाषा एक्ट है मैडम, ऑफिशियल लैंग्वेज एक्ट 1963 केंद्र सरकार दी है, केंद्र सरकार दी एक्ट है, ऑफिशियल लैंग्वेज एक्ट 1963। वो कहता है कि देश नू 3 ਖੇਤਰ ਵਿੱਚ ਵੰਡਿਆ ਗਿਆ ਹੈ, एक A B C। एक क्षेत्र वो है जिथे सिर्फ हिंदी बोलिया जाता है, बी क्षेत्र उत्थे वो किया जाता है जिथे पंजाबी ਅਤੇ हिंदी भी बोलिया जाता है। जिवें चंडीगढ़, पंजाब, गुजरात, महाराष्ट्र, दमन एंड दीव, ये बी क्षेत्र ਵਿੱਚ ने, किसी ਨੂੰ पता नहीं है कि वो आर्टिकल ਵਿੱਚ लिखा गया, ये है सारे स्टेट बी क्षेत्र ने जिथे क्षेत्रीय भाषा भी है, पंजाबी भी, हिंदी भी बोलते हैं। उत्थे सारे बोर्ड लोकल लैंग्वेज ऊपर होना चाहिए, फिर हिंदी फिर इंग्लिश 3 भाषा होना चाहिए। जितने ये क्षेत्र है सिर्फ हिंदी और इंग्लिश होएगी, तीजे भाषा है ही नहीं उत्थे, इसलिए वो सिर्फ हिंदी ऊपर। इसलिए दिल्ली देखो तुसी, दिल्ली एक क्षेत्र जानते हैं, हिंदी इंग्लिश, पर ये चंडीगढ़ पंजाबी बी क्षेत्र है, फिर भी वो पंजाबी ऊपर नहीं लिखा। मैंने वो कहते हैं कि सेंट्रल गवर्नमेंट के जिन्ने भी दफ्तर है, सेंट्रल गवर्नमेंट प्लीज नोट, स्टेट गवर्नमेंट नहीं, सेंट्रल गवर्नमेंट के जिन्ने भी दफ्तर ने उत्थे ये लागू होना चाहिए। मैंने सारे आरटीए पाया, उसने इकट्ठ की, उस तो बाद सारे सेंट्रल गवर्नमेंट के दफ्तर ਨੂੰ नोटिस कटिया। मैं कहा कि तुसी जे 15 दिन ਵਿੱਚ नहीं लिखोगे मैं कार्रवाई करांगा। चंडीगढ़ ओपन चैलेंज, क्योंकि मेरे को वो अस्त्र सी ना 1963 लैंग्वेज एक्ट ਅਤੇ आरटीए रिप्लाई, 2 अस्त्र मिल गया मैनू, ब्रह्मास्त्र भी कहा जा सकता है, उसनू वरतो करके मैंने सारे नोटिस किया गया, इंडिविजुअल लेटर बहुत लोगों ने लगाया जी। तुसी जाके देखो सेंट्रल गवर्नमेंट चंडीगढ़ के दफ्तर जिन्ने भी है सारे लिखे ने, वो भी पंजाबी ऊपर। हाले भी मैं लभ रहा कोई मिल जावे। ਤੁਸੀਂ ਇੱਥੇ ਅਪੀਲ ਕਰ ਸਕਦੇ ਕਿ ਜਿਹਨੂੰ ਮਿਲਦਾ ਉਹ ਸਾਨੂੰ ਕਮੈਂਟ ਤੇ ਨੀਚੇ ਫੋਟੋ ਖਿੱਚ ਕੇ ਭੇਜੋ। हाँ मैनू जरूर मैं शुक्रगुजार रहूंगा, वो भेजो मैनू, मैं छड़ना नहीं, इन्होंने चुन के छड़ना नहीं, क्योंकि मेरे को अस्त्र है, बिल्कुल और तो करांगा मैं। तुसी वो ये जड़े रेलवे स्टेशन नवा ओपन होने वाली है मैडम, तुसी देखना सब तो ऊपर पंजाबी होएगी, सब पहले थल्ले सी, थल्ले मैं पंजाबी देख नहीं सकता है, मैं उन्होंने नोटिस कटिया
सेंट्रल गवर्नमेंट दी है अच्छा। तुसी लिखो पंजाबी पर वो नोटिस कटिया मैं नोटिस का भी तुहानू दे देना ऊपर होगी सारे नवा बोर्ड सारे होंगे इन्ना ही नहीं पीजीआई सेंट्रल गवर्नमेंट दी दफ्तर है उन्होंने नोटिस कटिया मैं डॉक्टर विवेक जी है मैं शुक्रगुजार हाँ बहुत कमाल देने वो पंजाबी भाषा में प्यार भी कर देने डायरेक्टर साहब उन्होंने मैं नोटिस किया पीजीआई दी जी साइट है पंजाबी लिखा नहीं सी हुण पंजाबी साइट दी नाम लिखा गया सब तो पर पंजाबी फिर हिंदी फिर इंग्लिश तुसीं देख सकते हो और सारे बोर्ड जिन्ने भी पंजाब पीजीआई ਦੇ ਵਿੱਚ ਨੇ ਸਾਰੇ बोर्ड चेंज होने वाले ने पंजाबी ऊपर होएगी ਪਰ ਅੱਜ ਕੱਲ ਦੀ ਜਿਹੜੀ ਆਪਾਂ ਨਾਰਮਲ ਗੱਲ ਕਰੀਏ ਤੁਸੀਂ ਇੰਨਾ ਅੱਛਾ ਪੰਜਾਬੀ ਨੂੰ ਪ੍ਰਮੋਟ ਕਰ ਰਹੇ ਹੋ, ਤਾਂ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਹੈ ਉਹ ਤਾਂ ਪੰਜਾਬੀ ਨੂੰ ਕੰਸੀਡਰ ਨਹੀਂ ਕਰਦੀ ਕਿ ਬੋਲਣਾ ਵੀ ਉਹਨਾਂ ਨੂੰ ਇੱਕ ਐਂ ਲੱਗਦਾ ਕਿ ਇੱਕ ਅਨਪੜ੍ਹਤਾ ਦੀ ਨਿਸ਼ਾਨੀ ਮੰਨੀ ਜਾਂਦੀ ਹੈ ਕਿਤੇ ਨਾ ਕਿਤੇ ਨਾ। ਇਹ ਹੀਨ ਭਾਵਨਾ ਹੈ ਮੈਡਮ ਇਹ ਹੀਨ ਭਾਵਨਾ ਨੂੰ ਕਿੱਥੋਂ ਕ੍ਰੀਏਟ ਹੋਈ ਕਿਵੇਂ ਇਹਨੂੰ ਆਪਾਂ ਰਿਮੂਵ ਕਰ ਸਕਦੇ ਹਾਂ? ये क्रिएट करने वाले खुद असि जिम्मेदार है पेरेंट्स ने बच्चे ਨੂੰ ਉਹ ਪੰਜਾਬੀ ਭਾਸ਼ਾ ਪ੍ਰਤੀ ਪਿਆਰ ਜਗਾਉਣ ਦੀ ਸੀਗਾ ਜ਼ਿੰਮੇਵਾਰੀ ਉਹ ਨਹੀਂ ਕੀਤੇ ਨੇ ਇਸ ਲਈ ਹੀਨ ਭਾਵਨਾ ਪੈਦਾ ਹੋਇਆ ਹੈ। ਹੁਣ ਹੀਨ ਭਾਵਨਾ ਨੂੰ ਕਾਊਂਟਰ ਕਰਨ ਲਈ ਕੀ ਕਰੀਏ ਉਹਨਾਂ ਨੂੰ ਇਹ ਦੱਸਿਆ ਜਾਵੇ ਇਹ ਭਾਸ਼ਾ ਅਮੀਰ ਭਾਸ਼ਾ ਹੈ ਬਿਲਕੁਲ ਗਿਆਨੀ ਵਿਗਿਆਨੀ ਦੀ ਭਾਸ਼ਾ ਹੈ ਡਾਕਟਰ ਇੰਜੀਨੀਅਰ ਦੀ ਭਾਸ਼ਾ ਹੈ ਕਿਵੇਂ ਪੀਜੀਆਈ ਦੇ ਵਿੱਚ ਜਾਓ ਜੀ ਤੁਸੀਂ दक्षिण भारत के जिन्ने भी डॉक्टर ने कुछ डॉक्टर ने मैं सिखाया पंजाबी इसलिए मैंने पता है दक्षिण भारत के सारे डॉक्टर ਨੂੰ पंजाबी सीख के पंजाबी ਵਿੱਚ ਗੱਲ ਕਰਨੇ ਮਰੀਜ਼ ਨਾਲ। ਅੱਛਾ ਜੀ ਡਾਕਟਰ ਦੀ ਭਾਸ਼ਾ ਪੰਜਾਬੀ ਹੋਇਆ ਹੁਣ ਪੀਜੀਆਈ ਦੇ ਵਿੱਚ ਉਹ ਮਰੀਜ਼ ਨਾਲ ਪੰਜਾਬੀ ਵਿੱਚ ਗੱਲ ਕਰਦੇ ਨੇ ਤਾਂ ਕਿ ਮਰੀਜ਼ ਦੀ ਬਿਹਤਰੀਨ ਇਲਾਜ ਹੋਵੇ। ਬਿਲਕੁਲ ਇਸ ਲਈ ਇਹ ਭਾਸ਼ਾ ਹੀਨ ਭਾਵਨਾ ਰੱਖ ਕੇ ਭਾਸ਼ਾ ਨੂੰ ਇਸ ਤਰ੍ਹਾਂ ਦੀ ਗੱਲ ਕਰਨੀ ਗਲਤ ਹੈ। भाषा ਨੂੰ अपनाने की लोड़ है। पंजाबी अमीर भाषा है शुद्ध अमीर और रूहानियत भरी भाषा है इसनों सम्मान इसलिए मैं सर ते रख के घूमता है ताकि इन्ना लोगों को थोड़ा तो शर्म आवे। इतने लिखा मैं पंजाबी किताब रसाले अते अखबार खरीद के पढ़ो जी कोई भी घर दे विच रसाले नहीं पहुँचती नहीं पंजाबी च तां कोई है ही नहीं जी रसाले दसो अमृत प्रीतम एक कड्या सी रसाले पता नहीं वो गायब ही हो गया लुकिया मैं भी लभदा मिलता ही नहीं। अखबार हिंदी अखबार जगबानी हिंदी अखबार खरीदते नहीं है पंजाबी अखबार खरीदते नहीं है। कहने का भाव है बच्चे ਨੂੰ या नौजवान ਨੂੰ इस भाषा प्रति प्यार जगाउण ਲਈ मैं की करदा है सर ते रख के कॉलेज स्कूल ਵਿੱਚ पहुंच ਜਾਂਦਾ मैं 8वीं क्लास ਤੋਂ ਬਾਅਦ ਪੰਜਾਬੀ ਛੱਡ ਦਿੰਦੇ ਨੇ ਬੱਚੇ ਮੋਸਟਲੀ ਚੰਡੀਗੜ੍ਹ ਦੇ ਵਿੱਚ ਉੱਥੇ ਗੇਟ ਤੇ ਖੜ ਕੇ 8 ਵਜੇ ਮੈਂ ਪ੍ਰਚਾਰ ਕਰਦਾ ਹੈ ਤੇ ਮਤਲਬ ਕਿ ਇਹ ਚ ਲੋਕੀ ਹੱਸਦੇ ਵੀ ਹੋਣਗੇ ਹੱਸਦੇ ਹੋ। मेरा मकसद इस भाषा ਨਾਲ ਉਹ ਬੱਚੇ ਨੂੰ ਪਿਆਰ ਜਗਾਉਣਾ ਹੈ ਹੱਸਣਾ ਰੋਣਾ ਉਹਨਾਂ ਦੀ ਕੰਮ ਹੈ या मेरा बेइज्जती रिएक्शन रिएक्शन बहुत है बच्चे प्यार करते हैं देखते हैं यार पंजाबी बहुत बच्चे ने पंजाबी लेके पंजाबी पढ़ने 10वीं तक। अच्छा ये मेरा देख के मेरा सर ते बोर्ड रख के इन्नी परिवर्तन है मैं बहुत शुक्रगुजार हाँ साडे मानयोग डीएचई साहब है चंडीगढ़ ਦੇ ਵਿੱਚ ਉਹ ਵੀ ਤੁਸੀਂ ਐਜੂਕੇਸ਼ਨ ਤੇ ਨਹੀਂ ਕੰਮ ਕਰੇ ਕਿ ਇੰਟਰਨੈਸ਼ਨਲ ਸਕੂਲਾਂ ਵਿੱਚ ਜਿਹੜੇ ਪੰਜਾਬ ਦੇ ਆ ਘੱਟ ਤੋਂ ਘੱਟ ਉਹ ਤਾਂ ਪੰਜਾਬੀ ਨੂੰ ਪ੍ਰਮੋਟ ਕਰਨ ਲਈ 10ਵੀਂ ਤੱਕ ਕੰਪਲਸਰੀ ਰੱਖਣ। ਬਿਲਕੁਲ ਮੈਡਮ ਉਹ ਕੰਮ ਤਾਂ ਪਾਲਿਸੀ ਲੈਵਲ ਦੀ ਪੱਧਰ ਤੇ ਪਾਲਿਸੀ ਲੈਵਲ ਤੇ ਹੈ ਜੋ ਪੰਜਾਬ ਸਰਕਾਰ ਨੇ ਭਾਸ਼ਾ ਐਕਟ 2008 ਨੂੰ ਸ਼ੋਧ ਕਰਕੇ ਉਹ ਉਹਨਾਂ ਨੇ ਕੰਪਲਸਰੀ कर देते ने 10वीं तक भावे वो गवर्नमेंट होवे या प्राइवेट होवे कंपलसरी पढ़ाउण दी वो हिदायत भी दिते ने वो पॉलिसी लेवल ते सरकारी पद्धर ते वो कम करदे ने पर चंडीगढ़ दे विच वो लागू नहीं हुंदी है। चंडीगढ़ दी पॉलिसी वक्री है ओपन पॉलिसी है 8वीं तक तुसी जे रखना तो रख लो छड़ना तो छड़ दो। हुण सरकार तो नहीं करूगी पॉलिसी नहीं है कौन करूगा इसलिए मैं इन्होंने वो ਜਿਹੜੇ अप्रैल मार्च अप्रैल ਦੀ महीना आ जाती है छड्डन दी पंजाबी उस वक्त मैं सर तरह के हर स्कूल प्रिंसीपल ਨੂੰ मिल के स्टूडेंट्स ਨੂੰ मिल के गेट ਤੇ ਖੜ ਕੇ ਪ੍ਰਚਾਰ ਕਰਦਾ ਘੱਟੋ ਘੱਟ ਕੁਝ ਬੱਚੇ ਤਾਂ ਬਚ ਜਾਵੇ ताकि ਜਿਹੜੀ ਬੈਚ ਬਣਦਾ ਹੈ ਸਕੂਲ ਦੇ ਵਿੱਚ ਉਹ ਗਾਇਬ ਨਾ ਹੋਵੇ। की करते स्कूल दे विच नहीं जी 2-3 बच्चे असी क्लास नहीं चलाना चाहूँ मैं उसनू नहीं छड़ना तुरंत मैं जाके डीएचई या स्कूल के डायरेक्टर ਨੂੰ कंप्लेन करदा इत्थे क्यों गायब कर देंगे इंक्वायरी करो तुसी कोई मैं गायब नहीं होने देना। तुसी कोशिश करने कि ज्यादा तो ज्यादा बच्चे होवे और क्लास गायब ना होवे बिल्कुल 10 बच्चे उन्होंने पंजाबी पढ़ाओ जी पढ़ानी चाहिए जी। ਤੇ ਜੇ ਮੈਂ ਇਹ ਵੀ ਤੁਹਾਡੀ ਪ੍ਰੋਫਾਈਲ 'ਚ ਦੇਖਿਆ ਕਿ ਤੁਸੀਂ ਜੇਲ੍ਹਾਂ ਵਿੱਚ ਜਾ ਕੇ ਕੈਦੀਆਂ ਨੂੰ ਵੀ ਹੈ ਨਾ ਜੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਦੇ ਰਹੇ ਗੁਰੂ ਗੋਬਿੰਦ ਸਿੰਘ ਜੀ ਇਹਦੇ ਪਿੱਛੇ ਕੀ ਵਿਜ਼ਨ ਰਿਹਾ ਤੁਹਾਡਾ ਕਿ ਤੁਸੀਂ ਕਿਉਂ ਪ੍ਰਮੋਟ ਕਰ ਰਹੇ ਹੋ?
हाँ जरूरी है मैडम। देखो मैडम बहुत ही ਨਿਮਰਤਾ ਨਾਲ ਤੁਹਾਨੂੰ ਦੱਸ ਦੇਣਾ, ਮੇਰੇ ਸਰ ਤੇ ਬੋਰਡ ਰੱਖ ਕੇ ਪ੍ਰਚਾਰ ਕਰਨ ਦੀ ਢੰਗ ਤਰੀਕਾ ਇੰਨੀ ਪ੍ਰਭਾਵਸ਼ਾਲੀ ਸੀ। ਉਹ ਇਹਨੂੰ ਦੇਖ ਕੇ ਡੀਜੀਪੀ ਪੰਜਾਬ, ਡੀਜੀਪੀ ਹਰਿਆਣਾ, ਅੱਛਾ ਜੀ, ਚੰਡੀਗੜ੍ਹ ਦੇ ਡੀਆਈਜੀ ਉਸ ਵਕਤ ਦੇ ਬਹੁਤ ਪ੍ਰਭਾਵਿਤ। ਜਿੱਥੇ ਜਿੱਥੇ ਮੈਂ ਜਾ ਕੇ ਬੇਨਤੀ ਕੀਤੀ ਉਹਨਾਂ ਨੇ ਤੁਰੰਤ ਮੈਨੂੰ ਪਰਮਿਸ਼ਨ ਦੇ ਕੇ ਤੁਸੀਂ ਜ਼ਰੂਰ ਜਾਓ ਪ੍ਰਚਾਰ ਕਰੋ। ਉਸ ਵਕਤ ਮੈਨੂੰ ਸਪੈਸ਼ਲ ਪਰਮਿਸ਼ਨ ਮਿਲਿਆ। ਇੰਨਾ ਹੀ ਨਹੀਂ, ਉਸਨੂੰ ਦੇਖ ਕੇ ਉੱਤਰਾਖੰਡ ਸਰਕਾਰ ਵੀ, ਉੱਤਰਾਖੰਡ ਦੇ ਸਾਰੇ ਜ਼ਿਲ੍ਹੇ ਦੇ ਵਿੱਚ ਮੈਂ ਹੁਣ ਜਾਣ ਵਾਲਾ ਅਗਲੇ ਹਫਤੇ ਤੋਂ ਉੱਥੇ ਜਾ ਕੇ ਪ੍ਰਚਾਰ ਕਰਾਂਗੇ। ਇੱਕੋ ਮਕਸਦ ਹੈ ਮੈਡਮ, ਬਾਬਾ ਨਾਨਕ ਦੀ ਸੋਚ ਸਰਵਵਿਆਪੀ ਹੈ, ਸਰਵਕਾਲਿਕ ਸੱਤ ਹੈ, ਸਾਰੇ ਲਈ ਲਾਗੂ ਹੋ ਜਾਂਦੇ ਨੇ। ਇਸ ਲਈ ਜਿਹੜੇ ਲੋਕ ਕੋਈ ਗਲਤੀ ਕਰਕੇ ਅੰਦਰ ਬੈਠੇ ਨੇ, ਉਹਨਾਂ ਦਾ ਮਨੋਭਾਵਨਾ ਸੋਚ ਨੂੰ ਬਦਲਣੀ ਹੈ, ਉਹਨਾਂ ਨੂੰ ਚੰਗੇ ਇਨਸਾਨ ਬਣਾਉਣਾ ਹੈ, ਸੁਧਾਰਨਾ ਹੈ। जब वो बाहर आएंगे चंगे इंसान बन के समाज दे विच पेश होण। इसलिए एक कोशिश हो रहा है डीजीपी एडीजीपी जेल प्रिजन्स पंजाब हरियाणा, मैं शुक्रगुजार हाँ। ये जानते हो ये सही ढंग नाल सही संदेश पहुँचाएगा। ये इत्थे पक्षपात नहीं करूँगा। ये कर्नाटक तो आके ये वो कर रहे ने काम, एक जानते हो ये मैनू स्पेशल परमिशन देते ने, जद मर्जी मैं कोई भी जेल में जाके मैं उन्हां नाल गलबात कर सकता है। बहुत लोग प्रभावित हुए ने ते सोच बदली है। ਤੁਸੀਂ ਕੀ ਕਰਦੇ ਹੋ, ਮਤਲਬ ਕਿ ਗੁਰੂ ਨਾਨਕ ਦੇਵ ਜੀ ਦੇ ਜਿਵੇਂ ਜਪਜੀ ਸਾਹਿਬ ਦਾ ਅਨੁਵਾਦ ਉਹਨਾਂ ਨੂੰ ਦੱਸਦੇ ਹੋ, ਕੀ ਕਰਦੇ ਹੋ ਜੇਲ੍ਹ 'ਚ ਜਾ ਕੇ? ਉੱਥੇ ਜਾ ਕੇ ਬਹੁਤ ਸਾਰੇ ਬਿਠਾਉਂਦੇ ਨੇ ਉਹ ਸਾਰੇ ਨੂੰ ਇੱਕ ਥਾਂ ਤੇ। ਉੱਥੇ ਬਾਬਾ ਨਾਨਕ ਦੀ ਸੋਚ ਕਿਵੇਂ ਭਾਈਚਾਰਾ, ਸ਼ਾਂਤੀ, ਮਾਫ ਕਰਨ ਦੀ ਤਾਕਤ ਇਹ ਸਿਖਾਉਂਦੇ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਿਧਾਂਤ ਬਾਰੇ ਕਹਿੰਦੇ ਕਿਵੇਂ ਇਹਦੇ ਨਾਲ ਕ੍ਰਾਈਮ ਘਟੇਗਾ ਤੁਹਾਨੂੰ ਲੱਗਦਾ? क्यों नहीं करती है? क्योंकि कुछ लोग इदा ही होंगे अंदर 15 दिन ले आ गए जी, ये 3 महीने लिए है, 3 महीने तो बाद बेल मिल गई, बाहर आ जाएंगे। बाहर आके वो गलत काम ना करे, उन्होंने रोकने की कोशिश होंगी है सानू, उन्होंने मन नू चेंज करनी, जिम्मेदारी बन के आना। जिमें गंगा नदी में जाके नहा के तुसी पवित्र आके बाहर आ गए, इदा ही तुसी जेल जाके चंगे इंसान बन के आ गए बाहर। ये सोच बनाउन दी एक एडीजीपी प्रिजन्स दी एक निशाना होंदी है। इसलिए सानू भेजदे ताकि सही ढंग नाल बाबा नानक दी, गुरु गोबिंद सिंह महाराज दी, बसवण्णा जी कर्नाटका बसवण्णा, माफ करने की ताकत, करन तो बाद भी माफ करना। गुरु गोबिंद सिंह जी इन्नी पाप करने वाले औरंगजेब ने माफ कर दे। बिल्कुल इसलिए अंदर जाके ਅਸੀਂ ਉਹਨਾਂ ਨੂੰ ਸਿਖਾਉਂਦੇ ਕਿ ਦੇਖੋ ਇੰਨੀ ਖੋਜ ਆਉਣ ਤੋਂ ਬਾਅਦ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਫ ਕਰ ਦਿੰਦੇ ਨੇ। ਤੇ ਉਹਨਾਂ ਨੂੰ ਇਹ ਕਹਿੰਦੇ ਅਸੀਂ ਤੁਸੀਂ ਜਿਹੜੀ ਕੰਮ ਕੀਤੀ ਹੈ ਗਲਤ या अपराध, ये अपराध नहीं है। अपराध तो एको एक है इंसान दी, वो परमात्मा दी नाल टूट जाना। इसलिए परमात्मा तो नहीं टूटना, परमात्मा की है सच्चाई ईमानदार, वही गल आ जाती है बाबा नानक देव। इसलिए सच दे नाल टूटना नहीं है, सच नाल जुड़ना, ये कहते ऐसे उन्होंने। इसलिए कुछ लोग बहुत प्रभावित हो जाते हैं। कितना क विजिट रहता है, बल्कि हफ्ते च एक बार के महीने च? नहीं, उनमें खास तौर पे मैं हफ्ते विच नहीं, महीने दे विच एक बार या 2 बार। पर गुरु गोविंद सिंह गुरु नानक साहब जी जो दिहाड़े आ रहे ने जन्मदिन, उस वक्त ज़्यादा से ज़्यादा हर दिन, जिमें मैं मंडे जा रहा है, ट्यूसडे भी जाना है, रुड़की जाना है, 5 तारीख मैनू हरिद्वार भी जाना है, हरिद्वार जेल। अच्छा, हरिद्वार जेल है बहुत अच्छा है हरिद्वार। हाँ, हरि की पौड़ी भी है, उत्ते जाके मैं जपजी साहब भी पाठ भी करता है, नाल जेल में जाके सुधार घर में जाके उन्होंने सिखा के आ जाना जी। दोनों काम हो जाता है जी जी। ਜੇ ਆਪਾਂ ਗੱਲ ਕਰੀਏ ਕਿ ਪੰਜਾਬੀ ਜਾਂ ਕੰਨੜ, ਤੁਸੀਂ ਜਿਹੜੀ ਸਾਹਿਤਯ ਸਭਾ ਬਣਾਈ ਹੈ ਨਾ ਜੀ, ਪੰਜਾਬੀ ਤੇ ਕੰਨੜ ਦੀ, ਉਹ ਕੀ ਉਪਰਾਲਾ ਲੈ ਕੇ ਬਣਾਈ, ਕੀ ਆਬਜੈਕਟ ਹੈ? ਹਾਂ, ਆਬਜੈਕਟ ਇਹ ਹੈ ਮੈਡਮ, ਆਧੁਨਿਕ ਕਾਲ ਦੀ ਜਿੰਨੇ ਵੀ ਸਾਹਿਤ ਨੇ ਪੰਜਾਬੀ ਭਾਸ਼ਾ ਦੇ ਵਿੱਚ, ਉਹ ਕੰਨੜ ਵਿੱਚ ਅਨੁਵਾਦ ਕਰਨੀ। ਜਿਵੇਂ ਸੰਤ ਰਾਮ ਉਦਾਸੀ ਦੀ ਕਵਿਤਾ ਹੈ ਕ੍ਰਾਂਤੀਕਾਰੀ ਸੋਚ, संत राम उदासी दी, वो कन्नड़ विच अनुवाद करने। जिवें संत राम उदासी कहते ने, करवे दे वर्ता तो ले आए तलवार मां, सूटा दा रिवाज हुण गया। दलित औरत, दलित बेटी कहती है कि हे मां, तुसी जे मेले दे विच जा रहे हो, मेरे लिए सूट मत ले आना, ये रिवाज चला गया, मैनू तलवार ले आओ। अच्छा, वो क्रांतिकारी सोच है ना, वो जिहड़े लोग अन्याय ना इंसाफ किते ने उन्हां दे खिलाफ लड़न दी गल करदे हैं संत राम उदासी। जो क्रांतिकारी सोच, करवे दे वर्ता तो ले आए तलवार मां, सूटा दा रिवाज हुण गया, उसनू कन्नड़ विच अनुवाद करना। जिवें साडे पास दी
संत राम उदास पास दी जो कविता है वो कन्नड़ विच अनुवाद करना। इस तो अलावा बहुत सारे आधुनिक काल दे कविता मैं कन्नड़ विच कर्नाटक दे कविता पंजाबी च अनुवाद करना, अखबारों में छापना छोटे छोटे कविता जिमें कर्नाटक के एक प्रोफेसर सिद्धलिंगಯ್ಯ लिखते ने ಯಾರಿಗೆ ಬಂತು ಎಲ್ಲಿಗೆ ಬಂತು 47ರ स्वातंत्र, टाटा बिरला के ಬಂತು बड़वರಿಗೆ ಇಲ್ಲ 47ರ स्वातंत्र। इसका भाव है किसनू आया कदों आया 47 दी आज़ादी, टाटा बिरला नू आया अमीर लोका नू आया 47 दी आज़ादी। मैं पंजाबी च अनुवाद की है, इसलिए छोटी छोटी कविताएं साहित्य ਨੂੰ अनुवाद करके लोकल लैंग्वेज ਦੇ ਵਿੱਚ ਛਾਪਣਾ, ਲੋਕਲ ਪੱਧਰ ਤੇ ਭੇਜਣਾ ਹੈ। ਤੇ ਅੱਜ ਕੱਲ ਦੀ ਐਜੂਕੇਸ਼ਨ ਦੀ ਜੇ ਗੱਲ ਕਰੀਏ, ਬੀਇੰਗ ਅ ਪ੍ਰੋਫੈਸਰ ਆਪਾਂ ਥੋੜਾ ਜਿਹਾ ਘੁੰਮਦੇ ਆ ਨਾ ਕਿ ਉਹ ਤੁਹਾਨੂੰ ਲੱਗਦਾ ਕਿ ਬੱਚਿਆਂ ਵਿੱਚ ਕਿਤੇ ਨਾ ਕਿਤੇ ਵੈਲਿਊਜ਼ ਜਾਂ ਐਥਿਕਸ ਹੈਗੇ ਕਿ ਨਹੀਂ ਹੈਗੇ? ਵੈਲਿਊਜ਼ ਐਥਿਕਸ ਡਿਕਲਾਈਨ ਹੋ ਰਹੇ ਨੇ ਸਭ ਤੋਂ ਵੱਧ। ਜਿਵੇਂ ਅਮਿਤਾਭ ਬੱਚਨ ਨਾਲ ਗੱਲ ਕਰਨ ਦੀ ਤਰੀਕਾ ਉਸ ਬੱਚੇ ਦੀ, ਤੁਸੀਂ ਦੇਖੋ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਤਰੀਕਾ ਸਭ ਨੂੰ ਬਹੁਤ ਮਾੜਾ ਲੱਗਿਆ ਕਿ ਕਿਵੇਂ ਤੁਸੀਂ ਅਮਿਤਾਭ ਬੱਚਨ ਨੂੰ ਇਦਾਂ ਦੀ ਗੱਲ ਕਰੋ ਨਾ। ਜ਼ਿੰਮੇਦਾਰ ਕੌਣ ਨੇ? ਉਸ ਬੱਚੇ ਦੀ ਨਹੀਂ ਹੈ। ਪਲੀਜ਼ ਨੋਟ ਮੈਡਮ, ਇਹ ਬੱਚੇ ਦੀ ਨਹੀਂ, ਬੱਚੇ ਜਿਹੜੇ ਸੋਸ਼ਲ ਮੀਡੀਆ ਨੂੰ ਦੇਖ ਰਿਹਾ ਹੈ, ਗਾਣੇ ਨੂੰ ਦੇਖ ਰਿਹਾ, ਫਿਲਮ ਨੂੰ ਦੇਖ ਰਿਹਾ, ਉਸ ਤੋਂ ਪ੍ਰਭਾਵਿਤ ਹੋਇਆ ਹੈ। ਉਹ ਕਾਰਟੂਨ ਦੇਖ ਰਿਹਾ ਹੈ, ਕਾਰਟੂਨ ਦੀ ਭਾਸ਼ਾ ਹੀ ਉਹੀ ਹੈ, ਰੀਲ ਦੀ ਭਾਸ਼ਾ ਵਹੀ ਹੈ, ਗਾਣੇ ਦੇ ਵਿੱਚ ਅਗਰੈਸਿਵ ਹੈ, औरत की बेइज्जती है, बड़े लोगों की इज्जत नहीं है, गाने या सारे फोक कल्चर गायब होया है, काउंटर जो कल्चर मॉडर्न कल्चर उभर के आया, उस तो बच्चे प्रभावित होके चंद साहब नाल बेइज्जती कीते ने। कहने दा भाव है मोरालिटी नैतिकता बच्चे दे विच जो कटिया है, कट होया है, उसकी जिम्मेदार ये गाने ने, ये कल्चर ने नवा, इसनू चंगे कल्चर नू उभारन दी लोड़ है सानू। इसलिए मैं लड़ रहा गाने के खिलाफ, कोर्ट कंटेम्प्ट ऑफ कोर्ट। मैनू पता है किसी दिन मेरे खिलाफ भी जा मैनू भी फाइन हो सकता है, पर मैं छड़ना नहीं, इन्हों छड़ना नहीं। जो गलत गाना लिखते औरत नू बेइज्जती करते इन्हों मैं छड़ना नहीं। वही गाना दिलजीत दोसांझ साहब जे गाउंदा है मंच ते, जे विचों फीम लभिया, इन्हों बख्शिया जा सकता है? मैडम दसो मैनू। मैं नोटिस कढ़िया, हिंदुस्तान दे विच बहुत सारे शो होया, उन्होंने मंच ते नहीं गाया गाना, वो ਤੁਹਾਨੂੰ ਪਤਾ ਹੈ ਉਹ ਲਫ਼ਜ਼ ਬਦਲ ਕੇ ਗਾਇਆ, ਜੇ ਵਿੱਚ ਕੋਕ ਲੱਭਿਆ ਉਹ ਗਾਇਆ, ਉਹ ਕਲਚਰ ਹੀ ਬਦਲ ਦਿੱਤਾ। ਮੇਰੇ ਨੋਟਿਸ ਕੱਢਿਆ ਮੈਂ, ਉਹਨਾਂ ਨੇ ਗਾਣਾ ਨਹੀਂ ਗਾਇਆ ਪਟਿਆਲਾ ਪੈਗ ਲਾ ਛੱਡੀ ਦਾ, ਉਹ ਨਹੀਂ ਗਾਇਆ ਮੰਚ ਤੇ, ਉਹਨੇ ਗਾਇਆ ਪਟਿਆਲਾ ਗੇੜੇ ਲਾ ਛੱਡੀ ਦਾ, ਮੰਚ ਤੇ ਉਹਨਾਂ ਨੇ ਬਦਲ ਕੇ ਗਾਇਆ। ਦਿਲਜੀਤ ਦੋਸਾਂਝ ਵੀ ਤੁਹਾਡੇ ਇਸ ਤੋਂ ਪ੍ਰਭਾਵਿਤ ਹੋਏ ਆ ਤੇ ਆਪਣੇ ਮੰਚ ਤੇ ਉਹ ਨਹੀਂ ਗਾ ਰਹੇ ਨੇ, वो शब्दावली बदल के गा रहे ने। इवन गुरदास मान साहब भी मंच थे अपना पंजाब कर दे शराब नहीं गा रहे ने, उन्होंने कला भवन उत्थे एक प्रोग्राम सीगा, उन्होंने नहीं गाया, उन्होंने वो कुछ और लफ्ज बना के गाए, अपना पंजाब होवे, रोटी थाल होवे, साउथ इंडियन मछली होवे, इस दी गाना गा के गए, पर मंच ते वो शराब दी गल नहीं की, क्योंकि उन्होंने नोटिस कढ़िया सी। मैं पहले दिलजीत दोसांझ साहब ਨੂੰ ਨੋਟਿਸ ਕੱਢਿਆ ਮੈਂ। ਤੇ ਕੰਨੜ ਉੱਥੇ ਜੇ ਆਪਾਂ ਉਧਰ ਦੀ ਗੱਲ ਕਰੀਏ ਕਿ ਉੱਥੇ ਵੀ ਤਾਂ ਉਹ ਤਾੜੀ ਹਾਂ ਜੀ, ਉਹ ਤੁਸੀਂ ਉਧਰ ਨਹੀਂ ਰੋਕਦੇ ਕਿ ਇਦਾਂ ਦੇ ਗਾਣੇ ਨਹੀਂ ਹੋਣੇ ਚਾਹੀਦੇ? ਉਧਰ ਇਦਾਂ ਦੇ ਗਾਣੇ ਹੁੰਦੇ ਆ ਕੰਨੜ? ਮੈਡਮ ਗਾਣੇ ਦੀ ਕਲਚਰ ਨਹੀਂ ਹੈ ਉੱਥੇ। ਅੱਛਾ, ਫਿਲਮ ਹੈ, ਮਜ਼ਬੂਤ ਹੈ ਉੱਥੇ, ਫਿਲਮ ਕਰਦੇ ਹੋ ज़्यादा से ज़्यादा। फिल्म इंडस्ट्री बहुत स्ट्रांग है। पंजाब में बदनसीबी है कि फिल्म इंडस्ट्री बहुत वीक है, गाने की इंडस्ट्री बड़ा है, गाने बेतुक हुंदे ने। फिल्म दे विच जे गलत गाना है माफ किया जा सकता है क्योंकि स्टोरी नाल जुड़ी है वो गाना। अच्छा जी, सेंसर बोर्ड तो पास हुई है इस गाना, असी नहीं रोक सकते क्योंकि स्टोरी नाल कितने जुड़ी होना, इसलिए नहीं रोक सकते। गाने बेतुक नाल ना सेंसर बोर्ड तो पास होया है। दसो मैंने दिलजीत दोसांझ दी गाना जे विच फिल्म लभ्या पास होया नहीं, मेरे को आरटीआई है। अच्छा, आरटीआई मैं लभ्या, मैं छड़ना नहीं, कोर्ट दे विच कंटेम्प्ट भी है। दसो मैनू इहो जिहा कल्चर जे तुसी मंच ते प्रभावित करो, वो भी पंजाब एग्रीकल्चर यूनिवर्सिटी दे विच किवें माफ किया जा सकता। इसलिए इसनूं काउंटर करन दी लोड़ है। वो काउंटर मैं कर रहा, करता रहांगा मैं जब तक। जी जी जी, वेरी नाइस, बहुत चंगा ਤੁਸੀਂ ਉਪਰਾਲਾ ਚੱਕਿਆ ਜੀ। ਤੇ ਸਿੱਖਿਅਕ ਦੇ ਰੂਪ ਚ ਤੁਸੀਂ ਸਮਾਜਿਕ ਜ਼ਿੰਮੇਵਾਰੀ ਨੂੰ ਤੁਸੀਂ ਕਿਵੇਂ ਜਗਾਉਂਦੇ ਹੋ? ਤੇ ਐਜ਼ ਅ ਟੀਚਰ ਸਾਡੀ ਜ਼ਿੰਮੇਵਾਰੀ ਸਿਰਫ ਚਾਰ ਦੀਵਾਰ ਦੇ ਕਲਾਸ ਦੇ ਵਿੱਚ ਸੀਮਿਤ ਨਹੀਂ ਹੈ ਮੈਡਮ। ਕੁਝ ਪ੍ਰੋਫੈਸਰਸ ਹੁੰਦੇ ਨੇ, ਐਸੋਸੀਏਟ ਪ੍ਰੋਫੈਸਰ ਹੁੰਦੇ ਨੇ, ਕਲਾਸ ਵਿੱਚ ਗਏ, ਪੜ੍ਹਾ ਕੇ ਵਾਪਸ ਆ ਗਏ, ਲੇਕਿਨ ਸਾਡੀ ਜ਼ਿੰਮੇਵਾਰੀ ਉਸ ਤੋਂ ਵੱਧ ਹੈ। ਸਾਰੇ ਨੂੰ मैदान में आने की लोड़ है।
यही तो नया एजुकेशन पॉलिसी ਵਿੱਚ ਲਿਖਿਆ ਗਿਆ ਮੋਦੀ ਸਾਹਿਬ ਤੁਸੀਂ ਪੜ੍ਹੇ ਹੋ ਮੈਡਮ ਮੋਦੀ ਸਾਹਿਬ ਆਪਣੀ ਨਿਊ ਐਜੂਕੇਸ਼ਨ ਪਾਲਿਸੀ ਵਿੱਚ ਸ਼ਾਮਿਲ ਕੀਤੇ ਨੇ ਉਹ ਸੋਸ਼ਲ ਰਿਸਪੌਂਸ ਮੇਰਾ ਕਿਤਾਬ ਵੀ ਹੈ ਮੈਂ ਤੁਹਾਨੂੰ ਦੇ ਦੇਣਾ ਮੈਂ ਕਾਲਜ ਤੋਂ ਸਿੱਧਾ ਪਹੁੰਚ ਗਿਆ ਮੇਰੇ ਕੋਲ ਕਾਪੀ ਨਹੀਂ ਸੀਗਾ ਮੈਂ ਤੁਹਾਨੂੰ ਦੇ ਦੇਣਾ ਸੋਸ਼ਲ ਰਿਸਪੌਂਸਿਬਿਲਟੀ ਇੱਕ ਕਿਤਾਬ ਹੈ ਉਹ ਪੰਜਾਬੀ ਵਿੱਚ ਵੀ ਲਿਖਿਆ ਮੈਂ ਹਿੰਦੀ ਵਿੱਚ ਵੀ ਲਿਖਿਆ ਇੰਗਲਿਸ਼ ਵਿੱਚ ਵੀ ਹੈਗਾ ਇੰਗਲਿਸ਼ ਵਿੱਚ ਚਲੋ ਉਹਨਾਂ ਦੀ ਓਰੀਜਨਲ ਹੈ ਕਹਿਣ ਦਾ ਭਾਵ ਹੈ ਸੋਸ਼ਲ ਰਿਸਪੌਂਸਿਬਿਲਟੀ ਸਾਡੀ ਹੈ ਸੋਸ਼ਲ ਰਿਸਪੌਂਸਿਬਿਲਟੀ ਸਾਡੀ ਸੋਸ਼ਲ ਰਿਸਪੌਂਸਿਬਿਲਟੀ ਇਹ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਕੋਈ ਬੱਚੇ ਨਾਲ ਨਾਇਨਸਾਫੀ ਹੋਈ ਹੈ ਜੀਰਕਪੁਰ ਦੇ ਵਿੱਚ ਕੋਈ ਬੱਚੇ ਨੂੰ ਕੋਈ ਰੜ ਕੇ ਮਾਰਦਾ ਹੈ ਕੁਝ ਪਰਸੋਂ ਹੀ ਘਟਨਾ ਹੋਇਆ ਹੈ ਚੋਰੀ ਕਰ ਦਿੱਤਾ ਉਹਨਾਂ ਨੂੰ ਬੱਚੇ ਨੂੰ ਕੁੱਟਿਆ ਹੈ ਬਹੁਤ ਸਾਰੇ ਰਲ ਮਿਲ ਕੇ ਇਹ ਰੋਕਣ ਦੀ ਕੰਮ ਸਿਰਫ ਪੁਲਿਸ ਦੀ ਨਹੀਂ ਮੈਡਮ ਇਹ ਰੋਕਣ ਦੀ ਕੰਮ ਟੀਚਰ ਦੀ ਵੀ ਕਰ ਜਾ ਕੇ ਰੋਕਣ ਦੀ ਟੀਚਰ ਦੀ ਸਮਾਜਿਕ ਜ਼ਿੰਮੇਵਾਰੀ ਪਰ ਕਰਦੇ ਨਹੀਂ ਕੁਝ ਇਸ ਲਈ ਨੈਸ਼ਨਲ ਐਜੂਕੇਸ਼ਨ ਨਿਊ ਪਾਲਿਸੀ ਦੇ ਵਿੱਚ ਇਹ ਲਿਖਿਆ ਗਿਆ ਜੇ ਪ੍ਰੋਮੋਸ਼ਨ ਤੁਹਾਨੂੰ ਚਾਹੀਦਾ ਅੱਛਾ ਜੀ ਅਸਿਸਟੈਂਟ ਤੋਂ ਐਸੋਸੀਏਟ ਤੋਂ ਪ੍ਰੋਫੈਸਰ बनना है ਤੁਹਾਨੂੰ ਸੋਸ਼ਲ ਰਿਸਪੌਂਸਿਬਿਲਟੀ 10 ਮਾਰਕਸ ਲੈਣੀ ਹੈ ਦਿਖਾਓ ਕਿ ਤੁਸੀਂ ਬਾਹਰ ਜਾ ਕੇ ਕੰਮ ਕੀਤੀ ਹੈ ਸੋਸ਼ਲ ਰਿਸਪੌਂਸਿਬਿਲਟੀ ਕੀ ਹੈ ਤੁਹਾਡਾ ਕੰਮ ਵੈਰੀ ਨਾਈਸ ਉਹਦੇ ਵਿੱਚ ਮੇਰਾ ਸਭ ਤੋਂ ਵੱਧ ਨੰਬਰ ਹੈ ਉਹ ਤਾਂ ਮਿਲਣਗੇ 10 ਚੋਂ ਵੀ 100 ਮਿਲਨੇ ਚਾਹੀਦੇ ਆ ਸਰ ਜਿਹੜਾ ਕਿਰਪਾ ਬਹੁਤ ਸਾਲ ਤੋਂ ਹੀ ਕਰ ਰਹੇ ਹਾਂ ਨਏ ਐਜੂਕੇਸ਼ਨ ਪਾਲਿਸੀ ਆਉਣ ਤੋਂ ਪਹਿਲਾਂ ਹੀ ਕਹਿਣ ਦਾ ਭਾਵੇਂ ਬਾਬਾ ਨਾਨਕ ਦੀ ਸੋਚ ਹੈ ਬਿਲਕੁਲ ਤੁਸੀਂ ਪ੍ਰਮੋਟ ਕਰ ਰਹੇ ਹੋ ਬਾਬਾ ਨਾਨਕ ਇੱਕ ਸਟੇਟ ਤੱਕ ਸੀਮਿਤ ਨਹੀਂ ਰਹਿ ਗਏ ਉਹ ਤਾਂ 4 ਦਿਸ਼ਾ ਵਿੱਚ ਚਲੇ ਗਏ ਉਹ ਸੋਸ਼ਲ ਰਿਸਪੌਂਸਿਬਿਲਟੀ ਹੈ ਇਸ ਲਈ ਉਸ ਬਾਬਾ ਨਾਨਕ ਦੀ ਵਿਸ਼ਾਲ ਸੋਚ ਨੂੰ ਸਾਨੂੰ ਟੀਚਰ ਨੂੰ ਅਪਣਾਉਣ ਦੀ ਲੋੜ ਹੈ ਨਾ ਸਿਰਫ ਟੀਚਰ ਇਵਨ ਡਾਕਟਰ ਇੰਜੀਨੀਅਰ ਪੱਤਰਕਾਰ ਨੂੰ ਵੀ ਜੀ ਤੁਸੀਂ ਹਾਂ ਬਹੁਤ ਕੁਝ ਹਾਸਿਲ ਕਰ ਚੁੱਕੇ ਹੋ ਨਾ ਤੇ ਹੁਣ ਕੋਈ ਇਹੋ ਜਿਹਾ ਅਧੂਰਾ ਸੁਪਨਾ ਹੈਗਾ ਜਿਹਨੂੰ ਤੁਸੀਂ ਪੂਰਾ ਕਰਨਾ ਚਾਹੁੰਦੇ ਹੋ ਇੱਕ ਅਧੂਰਾ ਸੁਪਨਾ ਜੋ ਹੋਣ ਵਾਲੀ ਹੈ ਪੂਰੀ ਹੋਏਗੀ ਇੱਕ ਦਿਨ वो श्री गुरु ग्रंथ साहिब ਨੂੰ अनुवाद करके मेरे कर्नाटक तक लेके जाना गुरु ग्रंथ साहिब ਨੂੰ कन्नड़ ਵਿੱਚ अनुवाद करके कन्नड़ ਭਾਸ਼ਾ ਨੂੰ ਰੂਹਾਨੀਅਤ ਦੀ ਸਿਖਰ ਤੱਕ ਲੈ ਕੇ ਜਾਣਾ ਅਮੀਰ ਬਣਾਉਣਾ ਤੁਸੀਂ ਦੋਨੋਂ ਭਾਸ਼ਾਵਾਂ ਨੂੰ ਪੈਰਲਲ ਲੈ ਕੇ ਜਾਣਾ ਤੇ ਲੋਕਾਂ ਨੂੰ ਜੋੜਨੀ ਹੈ ਜੇ ਪੰਜਾਬ ਦੇ ਲੋਕ ਕਰਨਾਟਕ ਜਾਣਗੇ ਜਾਂ ਕਰਨਾਟਕ ਦੇ ਲੋਕ ਪੰਜਾਬ ਜਾਣਗੇ ਇਹ ਭਾਈਚਾਰਾ ਪਿਆਰ ਵਧਿਆ ਜਾਵੇ ਜੀ ਅੱਜ ਕੱਲ ਦੀ ਯੁਵਾ ਪੀੜ੍ਹੀ ਮੈਂ ਬਸ ਵਾਈਂਡ ਅਪ ਕਰਨੀ ਹੈ ਲਾਸਟ ਕੁਐਸਚਨ ਤੋਂ ਉਹ ਰੂਟਸ ਤੋਂ ਬਹੁਤ ਦੂਰ ਹੈ ਨਾ ਤਾਂ ਤੁਸੀਂ ਉਹਨਾਂ ਲਈ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਇਹ ਰੂਟਸ ਬੱਚੇ ਜਿਹੜੇ ਦੂਰ ਜਾ ਰਹੇ ਨੇ ਆਪਣੇ ਸੱਭਿਆਚਾਰ ਤੋਂ ਉਹਨਾਂ ਲਈ ਇੱਕ ਹੀ ਬੇਨਤੀ ਕਰਦਾ ਮੈਂ ਪੇਰੈਂਟਸ ਨੂੰ ਆਪਣੇ ਬੱਚੇ ਨੂੰ ਇਤਿਹਾਸ ਨਾਲ ਜੋੜਨ ਦੀ ਕੋਸ਼ਿਸ਼ ਕਰਨੀ ਜਿਵੇਂ ਮੈਂ ਮੇਰੇ ਬੇਟੀ ਦਾ ਨਾਂ ਖੀਵੀ ਰੱਖਿਆ ਹੈ ਅੱਛਾ ਜੀ ਮਾਤਾ ਖੀਵੀ ਦੇ ਨਾਂ ਤੇ ਮਾਤਾ ਖੀਵੀ ਕੌਣ ਹੈ ਜੀ ਗੁਰੂ ਨਾਨਕ ਸਾਹਿਬ ਤੋਂ ਦੂਜੇ ਗੁਰੂ ਅੰਗਦ ਦੇਵ ਮਹਾਰਾਜ ਦੀ ਪਤਨੀ ਦਾ ਨਾਂ ਮਾਤਾ ਖੀਵੀ 15ਵੀਂ ਸਦੀ ਦੇ ਵਿੱਚ ਜਦ ਔਰਤ ਨੂੰ ਕੋਈ ਆਜ਼ਾਦੀ ਨਹੀਂ ਸੀ ਉਸ ਵਕਤ ਮਾਤਾ ਖੀਵੀ ਨੇ ਦੇਸੀ ਘੀ ਵਿੱਚ ਲੰਗਰ ਬਣਾ ਕੇ ਅਣਜਾਣ ਲੋਕਾਂ ਨੂੰ ਵੰਡਦੀ ਸੀ ਮਾਤਾ ਖੀਵੀ 15ਵੀਂ ਸਦੀ ਦੇ ਵਿੱਚ ਅੱਛਾ ਜੀ ਖਡੂਰ ਸਾਹਿਬ ਦੇ ਵਿੱਚ ਬੈਠ ਕੇ ਪੰਜਾਬ ਇੰਨੀ ਵੱਡੀ ਪੱਧਰ ਤੇ ਸੇਵਾ ਕਰਨ ਵਾਲੀ ਮਾਤਾ ਖੀਵੀ ਤੇ ਮੇਰੇ ਬੇਟੀ ਦਾ ਨਾਂ ਰੱਖਿਆ ਇਤਿਹਾਸ ਨਾਲ ਜੋੜਿਆ ਮੈਂ ਬੱਚੇ ਨੂੰ रोज मेरे बेटी का पाँव छू के मैं बाहर निकलता है इतनी श्रद्धा भक्ति है जिस दिन मेरा बेटी खीवी कर विच आई है उस दिन तो मेरे कर संपत्ति है संपत्ति मतलब खुशी संपत्ति मतलब पैसा नहीं संपत्ति मतलब खुशी इतनी शांत इतनी भक्ति हर वक्त उस प्रभु की गुणगान और सच दे राह चलना कहने का भाव है आजकल ਜਿਹੜੇ ਲੋਕ अपने सभ्याचार तो टूट रहे ਨੇ ਉਹਨਾਂ ਨੂੰ ਆਪਣੀ ਸੱਭਿਆਚਾਰ ਇਤਿਹਾਸ ਨਾਲ ਜੁੜ ਕੇ ਚੱਲਣ ਦੀ ਲੋੜ ਹੈ ਜੋ ਪੰਜਾਬ ਦੇ ਸਖਤ ਜ਼ਰੂਰਤ ਹੈ ਬਹੁਤ ਜ਼ਿਆਦਾ ਜੀ ਤੇ ਤੁਸੀਂ ਖੀਵੀ ਨਾ ਰੱਖਿਆ ਤਾਂ ਕਿਸੇ ਨੇ ਆਬਜੈਕਸ਼ਨ ਨਹੀਂ ਕੀਤਾ ਉਧਰਲੀ ਸਾਈਡ ਤੁਹਾਡੇ ਪੇਰੈਂਟਸ ਹੋਣਗੇ ਕਿ ਕਰਨਾ ਹੈ ਨਾ ਆ ਜਾਂਦਾ ਹੈ ਨਾ ਕਿ ਤੁਸੀਂ ਪੰਜਾਬੀ ਨਾਮ ਇੱਕਦਮ ਰੱਖਿਆ ਤੇ ਇਹਦੇ ਲਈ ਤੇ ਕੋਈ ਆਬਜੈਕਸ਼ਨ ਹੋਇਆ ਕੀ ਸੀ ਮੈਡਮ ਐਕਚੁਅਲੀ ਮੈਂ ਇੱਥੇ ਸੀਗਾ ਚੰਡੀਗੜ੍ਹ ਮੇਰਾ ਬੇਟੀ ਦਾ ਜਨਮ ਉੱਥੇ ਹੋਇਆ ਕਰਨਾਟਕਾ ਅੱਛਾ ਜੀ डिलीवरी ਲਈ ਉੱਥੇ ਗਏ ਸੀ ਮੇਰੇ ਪਤਨੀ ਤੇ ਉੱਥੇ ਹੋਇਆ तो फोन आया तो बेटी हुई है मैं बहुत खुश होया मन बेटी मेरे घर ਦੇ ਵਿੱਚ ਕਮਾਲ ਹੈ ਲక్ష్ਮੀ मैं बहुत खुश होया मन ਤੇ ਉਹਨਾਂ ਨੇ ਕਿਹਾ ਕੀ ਨਾ ਰੱਖੀਏ मैं ਕਿਹਾ ਖੀਵੀ ਰੱਖੋ एकदम मैंने क्यों खीवी मतलब की है मैं क्या खीवी मतलब सब कुछ खीवी मतलब ज्ञान खीवी मतलब समर्पण खीवी मतलब सेवा खीवी मतलब सब कुछ है तुझे रख दियो बस उन्होंने रखिया उस तो बाद मैं बेटी ਨੂੰ ਇੱਥੇ ਲੈ ਕੇ ਆਇਆ और जिस दिन बेटी जन्म होया उस तो बाद मैंने मिठाई हरताते वंडिया सी उस वक्त इन्नी खुशी
PGI ਦੇ ਸਾਹਮਣੇ, ਯੂਨੀਵਰਸਿਟੀ ਮੇਰੇ ਘਰ ਦੇ ਸਾਹਮਣੇ, ਕਾਲਜ ਦੇ ਵਿੱਚ ਹਰ ਥਾਂ ਤੇ ਵੰਡਿਆ। ਜਦ ਬੇਟੀ ਨੂੰ ਮੈਂ 15 ਦਿਨ ਤੋਂ ਬਾਅਦ ਲੈ ਕੇ ਆਇਆ, ਉਸ ਤੋਂ ਬਾਅਦ ਮੈਂ ਕਰਨਾਟਕ ਗਿਆ ਸੀ ਲੈ ਕੇ ਜਾਣਾ। ਉਸ ਵਕਤ ਘੋਸ਼ਣਾ ਵੀ ਕੀਤੀ ਸੀ ਉੱਥੇ ਕਿ ਜਿਹੜੇ ਵੀ ਲੋਕ ਆਉਣ ਵਾਲੇ ਸਮੇਂ ਤੇ ਆਪਣੀ ਬੇਟੀ ਦਾ ਨਾਮ ਖੀਵੀ ਰੱਖਣਗੇ ਉਹਨਾਂ ਨੂੰ ਮੈਂ 10,000 ਰੁਪਏ ਦੇਵਾਂਗਾ। उधर हाँ, जाके उन्होंने लोगों ने सुन के एक बेटी का नाम रखा कुड़ी दी, वो तो हुण वड्डी हुई 8 साल 9 साल दी हो गई उन्हें। ਤੇ ਖੀਵੀ ਦਾ ਨਾਂ ਹਰ ਥਾਂ ਤੇ ਪਹੁੰਚਾਉਣ ਦੀ ਲੋੜ ਹੈ, ਕਿਉਂਕਿ ਖੀਵੀ ਮਾਤਾ ਖੀਵੀ ਉਹ ਇੱਕ ਇਤਿਹਾਸ ਹੈ, ਸੱਭਿਆਚਾਰ ਹੈ, ਸੇਵਾ ਹੈ, ਸਮਰਪਣ ਹੈ। ਇਸ ਤੋਂ ਵੱਧ ਸੇਵਾ ਮਦਰ ਟੈਰੇਸਾ ਨੂੰ ਸਾਰੇ ਜਾਣਦੇ ਹੈ। ਅਸੀਂ ਕਿਤਾਬ ਵਿੱਚ ਪੜ੍ਹਿਆ ਹੈ, ਮਾਤਾ ਖੀਵੀ ਨੂੰ ਅਸੀਂ ਕਿਉਂ ਨਹੀਂ ਪੜ੍ਹਦੇ? ਮਾਤਾ ਖੀਵੀ ਦੀ ਸੇਵਾ ਨੂੰ ਅਸੀਂ ਕਿਉਂ ਨਹੀਂ ਪਹੁੰਚਾ ਸਕਦੇ ਹੈ ਕਰਨਾਟਕ ਤੱਕ? ਇਸ ਲਈ ਮੈंने ਕੀਤੀ ਹੈ। ਮੈਨੂੰ ਲੱਗਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਮਾਤਾ ਖੀਵੀ ਲਈ ਮੈਂ ਬਹੁਤ ਕੁਝ ਕਰਾਂਗਾ। ਵਾਹਿਗੁਰੂ ਜੀ। ਤੇ ਲਾਸਟ ਮੈਂ ਦੋ ਕੁਐਸਚਨ ਮੇਰੇ ਹੋਰ ਨਾ ਪਰਸਨਲ ਹੈ ਜੀ ਕਿ ਤੁਸੀਂ ਹੁਣ ਚੰਡੀਗੜ੍ਹ ਚ ਰਹਿ ਰਹੇ ਹੋ ਨਾ, ਤਾਂ ਕਰਨਾਟਕਾ ਦੇ ਤਿਉਹਾਰ ਅਲੱਗ ਹੈ, ਕਲਚਰ ਵੀ ਅਲੱਗ ਹੈ, ਇੱਥੇ ਚੰਡੀਗੜ੍ਹ ਦਾ ਕਲਚਰ ਬਿਲਕੁਲ ਅਲੱਗ ਹੈ। ਤਾਂ ਤੁਸੀਂ ਫਿਰ ਦੋਵੇਂ ਤਿਉਹਾਰ ਮਨਾਉਂਦੇ ਹੋ ਕਿ ਸਿਰਫ ਜਿਹੜੇ ਇੱਥੇ ਜਿਵੇਂ ਸੈਲੀਬ੍ਰੇਟ ਹੁੰਦੇ ਆ? ਨਹੀਂ, ਦੋਨੋਂ ਤਿਉਹਾਰ, ਕਿਉਂਕਿ ਬੱਚੇ ਨੂੰ ਤੁਸੀਂ ਪੂਰਾ ਉਹ ਦੋਨੋਂ ਕਲਚਰ ਨਾਲ ਰਿਲੇਟ ਕਰ ਸਕਦੇ। ਬਿਲਕੁਲ, ਸਾਡੇ ਘਰ ਦੇ ਵਿੱਚ ਫੈਸਟੀਵਲ ਹੋਵੇ, ਖਾਣਾ ਹੋਵੇ, ਡਰੈਸ ਹੋਵੇ, ਦੋ ਹੀ ਚੱਲਦਾ ਹੈ ਜੀ। ਖਾਣਾ ਵੀ ਜਿਵੇਂ ਇਡਲੀ, ਡੋਸਾ, उत्तपम, उपमा 4 दिन बन गए, 2 दिन ਪਰੋਟਾ ਵੀ ਬਣੂਗੀ। ਕਹਿਣ ਦਾ ਭਾਵ ਹੈ ਅਸੀਂ ਕਰਨਾਟਕਾ ਪੰਜਾਬ ਨੂੰ ਏਕੀਕਰਨ, एकजुट ਕਰਨ, ਇਹ ਸਿਰਫ ਭਾਸ਼ਾ ਤੱਕ ਨਹੀਂ ਜ਼ਿੰਦਗੀ ਚਲਾਉਣ ਦੇ ਤਰੀਕੇ ਨਾਲ ਤੱਕ ਲੈ ਕੇ ਗਿਆ ਜੀ। ਬਿਲਕੁਲ। ਤੇ ਤੁਹਾਡੀ ਰਿਟਾਇਰਮੈਂਟ ਲਾਈਫ ਬਾਰੇ ਤੁਸੀਂ ਕੀ ਸੋਚਿਆ ਕਿ ਕਰਨਾਟਕਾ ਚ ਸਪੈਂਡ ਕਰਨੀ ਹੈ ਆਫਟਰ ਰਿਟਾਇਰਮੈਂਟ ਕਿ ਤੁਸੀਂ ਚੰਡੀਗੜ੍ਹ ਹੀ? ਦੇਖੋ ਮੈਡਮ, 2003 ਦੇ ਵਿੱਚ ਮੈਂ ਕਦੇ ਸੋਚਿਆ ਨਹੀਂ ਸੀ ਇੱਥੇ ਲੈ ਕੇ ਆ ਜਾਣਾ ਮੇਰਾ ਬਾਬਾ ਨਾਨਕ। ਮੈਨੂੰ ਪਤਾ ਨਹੀਂ 2039 ਮੇਰਾ ਰਿਟਾਇਰਮੈਂਟ ਹੋਣੀ ਹੈ। ਹੁਣ ਵੀ 14 ਸਾਲ 15 ਸਾਲ ਹੈ। ਜਦ ਜਿੱਥੇ ਮੇਰੇ ਨਾਨਕ ਲੈ ਜਾਣਗੇ ਉੱਥੇ ਲੈ ਜਾਵਾਂ, ਚਲੇ ਜਾਊਂਗਾ। ਪਰ ਇੱਕ ਗੱਲ ਹੈ, ਪੰਜਾਬ ਵਿੱਚ ਨਹੀਂ ਰਹਿਣੀ ਹੈ। ਇੱਧਰ ਚੰਡੀਗੜ੍ਹ ਨੋਟ ਕਰ ਦਿਓ ਤੁਸੀਂ। ਚੰਡੀਗੜ੍ਹ ਨਹੀਂ ਨਾ, ਚੰਡੀਗੜ੍ਹ ਵੀ ਨਹੀਂ, ਪੰਜਾਬ ਵੀ ਨਹੀਂ, ਕਿਉਂਕਿ ਬਾਬਾ ਨਾਨਕ ਦੀ ਸੋਚ ਇਹ ਕਹਿੰਦੀ ਹੈ ਕਿ ਜਿੱਥੇ ਤੁਸੀਂ ਵਸਿਆ ਉੱਥੇ ਵਸ ਜਾਓਗੇ। ਬਾਬਾ ਨਾਨਕ ਦੀ ਸੋਚ ਨੂੰ ਅਸੀਂ ਫੈਲਾਣਾ ਹੈ। ਫੈਲਾਉਂਗਾ ਮੈਂ ਜਾ ਕੇ ਸਾਊਥ ਇੰਡੀਆ ਦੇ ਵਿੱਚ ਇੱਕ ਜਗ੍ਹਾ ਵਸਾ ਕੇ ਫਿਰ ਉੱਜੜ ਜਾਓ, ਫਿਰ ਵਸਾ ਉਜੜੋ ਹਰ ਥਾਂ ਤੇ ਪਹੁੰਚਾਓ, ਹਰ ਜਗ੍ਹਾ ਵਸ ਸਕੋ ਔਰ ਹਰ ਥਾਂ ਤੇ ਫੈਲਾਣਾ ਹੈ। ਇਸ ਲਈ ਮੈਨੂੰ ਲੱਗਦਾ ਹੈ ਮੈਂ ਇੱਥੇ ਕੋਈ ਕੋਠੀ ਲੈ ਕੇ ਜਾਂ ਜ਼ਮੀਨ ਲੈ ਕੇ ਵਸ ਜਾਣਾ। ਇਸ ਲਈ ਜਦ ਕੁਝ ਲੋਕ, ਇੱਕ ਉਦਾਹਰਨ ਤੁਹਾਨੂੰ ਦੇ ਦੇਣਾ, ਹੁਸ਼ਿਆਰਪੁਰ ਦੇ ਵਿੱਚ ਇੱਕ ਬੱਚੀ ਦੀ ਇਹ ਹੋਇਆ ਸੀ, ਬਿਹਾਰ ਬਚਾਓ, ਇਸ ਤਰ੍ਹਾਂ ਦੀ ਸੀ ਨਾ, ਬਿਹਾਰੀ ਬਚਾਓ ਪੰਜਾਬ ਬਚਾਓ। ਅੱਛਾ ਜੀ। ਇੱਕ ਮੁਹਿੰਮ ਚੱਲਿਆ ਸੀ। ਮੈਂ ਉਸ ਵਕਤ ਇੱਕ ਲੇਖ ਲਿਖਿਆ ਸੀ ਕਿ ਜਿੰਨੇ ਵੀ ਬਾਹਰ ਤੋਂ, ਬਿਹਾਰ ਤੋਂ ਆਏ ਨੇ, ਕਰਨਾਟਕ ਤੋਂ ਆਏ ਨੇ ਜਾਂ ਮਹਾਰਾਸ਼ਟਰ ਤੋਂ ਆਏ ਨੇ, ਇਹ ਪੰਜਾਬ ਦੇ ਵਿੱਚ ਆ ਕੇ ਤੁਹਾਨੂੰ ਇੱਕ ਮੌਕਾ ਮਿਲਿਆ ਹੈ। ਤੁਸੀਂ ਇੱਥੇ ਆ ਕੇ ਪੰਜਾਬੀ ਭਾਸ਼ਾ ਸਿੱਖੋ, ਗੁਰੂਆਂ ਦੀ ਬਾਣੀ ਸਿੱਖੋ, ਵਾਪਸ ਮੁੜ ਕੇ ਚਲੇ ਜਾਓ ਔਰ ਉੱਥੇ ਜਾ ਕੇ ਉਹ ਬਾਣੀ, ਉਹ ਸਿਧਾਂਤ ਫੈਲਾਓ। ਇੱਥੇ ਵਸਣ ਲਈ ਅਸੀਂ ਨਹੀਂ ਆਏ। ਇੱਥੇ ਦੀ ਇਹ ਖੂਬਸੂਰਤੀ, ਇਹ ਗੁਰੂਆਂ ਦੀ ਸੰਪत्ति, ਗਿਆਨ ਨੂੰ ਅਰਜਿਤ ਕਰਕੇ आगे फैलाने लिए मुड़ के वापस जाना है। ये इसलिए मैं उत्थे लिखा है जिन्हें भी बिहार तो आए ने, कर्नाटक, इन्होंने मुड़ के वापस जाने की लोड़ है ताकि गुरबाणी लेके जाओ। यही काम मैं भी करूंगा, तुसी देखोगे। वाहिगुरू जी का खालसा, वाहिगुरू जी की फतेह।